ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ ਸਮਰੋ ਅੰਗਦ ਦੁਖ ਗੁਰ ਅਮਰਦਾਸ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਬੈਠੇ ਸਭਾ ਸਥਾਨ ਬ੍ਰਿੰਦ ਸਿੱਖ ਮਿਲ ਕੇ ਤਬੈ ਕਰੀ ਪੁਕਾਰ ਮਹਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸੰਤਾਂ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਦੇਨ ਤੇ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਰਹੇ ਹੋ। ਕਲਗੀਧਰ ਪੰਥ ਦੇ ਵਾਲੇ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸਤਿਕਾਰਯੋਗ ਮਾਤਾ ਗੋਜਰੀ ਜੀ ਦੇ ਨਾਲ ਕਲਗੀਧਰ ਜੀ ਦੇ ਬਚਨ ਬਿਲਾਸ ਹੋਏ ਨੇ।
ਆਦਿ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਗਟ ਹੋਣ ਸੰਬੰਧੀ ਵਿਚਾਰਾਂ ਹੋਈਆਂ ਨੇ। ਜੋ ਗੱਲਾਂ ਲੋਕ ਕਰਦੇ ਸਨ, ਮਾਤਾ ਗੁਜਰੀ ਜੀ ਨੇ ਕਲਗੀਧਰ ਜੀ ਨੂੰ ਦਸੀਆਂ, ਪਰ ਅੰਦਰ ਦੀ ਜਿਹੜੀ ਗੁਪਤ ਖੇਡ ਸੀ ਉਹ ਸੁਆਮੀ ਜੀ ਨੇ ਕਲਗੀਧਰ ਜੀ ਨੇ ਮਾਤਾ ਗੁਜਰੀ ਜੀ ਨੂੰ ਸਮਝਾਈ। ਇਹ ਕਥਾ ਆਪਾਂ ਪਿਛਲੇ ਪ੍ਰਸੰਗਾਂ ਵਿੱਚ ਵਿਸਥਾਰ ਸਹਿਤ ਵਿਚਾਰ ਚੁੱਕੇ ਹਾਂ। ਆਓ ਦਸਮੇਸ਼ ਪਿਤਾ ਕਲਗੀਧਰ ਸੁਆਮੀ ਆਪਣੇ ਪੰਥ ਨੂੰ, ਆਪਣੇ ਸਿੱਖਾਂ ਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਨੇ। ਲਾਂਗਰੀ ਕਿਹੋ ਜਿਹਾ ਹੋਣਾ ਚਾਹੀਦਾ ਹੈ, ਰਾਗੀ ਸਿੰਘ, ਪ੍ਰਚਾਰਕ, ਢਾਡੀ, ਕਵੀਸ਼ਰ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਉਹਦੇ ਸੰਬੰਧੀ ਨਾ ਸਾਖੀਆਂ ਵਿੱਚੋਂ ਸਾਨੂੰ ਪ੍ਰੇਰਨਾ ਪ੍ਰਾਪਤ ਹੋ ਰਹੀ। ਬਾਜਾਂ ਵਾਲੇ ਸਾਹਿਬ ਦੇ ਪਵਿੱਤਰ ਚਰਨਾਂ 'ਚ ਹਾਜ਼ਰੀ ਲਵਾਈਏ ਤੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਬੈਠੇ ਸਭਾ ਸਥਾਨ। ਇਸ ਪ੍ਰਕਾਰ ਇੱਕ ਦਿਨ ਸਤਿਗੁਰੂ ਕਲਗੀਧਰ ਜੀ ਆਪਣਾ ਦੀਵਾਨ ਸਜਾ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਨੇ। ਸਭਾ ਵਾਲੇ ਸਥਾਨ ਵਿੱਚ ਸਤਿਗੁਰੂ ਜੀ ਬੈਠੇ ਹਨ। ਬ੍ਰਿੰਦ ਸਿੱਖ ਮਿਲ ਕੇ ਤਬੈ ਕਰੀ ਪੁਕਾਰ ਮਹਾਨ। ਬਰਿੰਦ ਦਾ ਮਤਲਬ ਹੁੰਦਾ ਕੁਝ ਸਿੱਖਾਂ ਨੇ ਇਕੱਠਿਆਂ ਹੋ ਕੇ ਕਲਗੀਧਰ ਜੀ ਦੇ ਚਰਨਾਂ 'ਚ ਆ ਕੇ ਪੁਕਾਰ ਕੀਤੀ। ਪੁਕਾਰ ਦਾ ਮਤਲਬ ਹੁੰਦਾ ਹੈ ਕਿ ਕਿਸੇ ਸੰਬੰਧੀ ਸ਼ਿਕਾਇਤ ਕਰਨੀ, ਜੋ ਪਰੇਸ਼ਾਨ ਕਰਦਾ ਹੋਵੇ, ਜੋ ਦੁਖਦਾਈ ਹੋਵੇ, ਉਹਦੇ ਸੰਬੰਧੀ ਜਾ ਕੇ ਸ਼ਿਕਾਇਤ ਕਰਨੀ, ਉਹਨੂੰ ਪੁਕਾਰ ਕਰਨਾ ਕਹਿੰਦੇ ਨੇ। ਇਹਨਾਂ ਸਿੱਖਾਂ ਨੇ ਕਲਗੀਧਰ ਜੀ ਦੇ ਚਰਨਾਂ ਵਿੱਚ ਆ ਕੇ ਪੁਕਾਰ ਕੀਤੀ ਹੈ। ਕਿਸ ਸੰਬੰਧੀ ਪੁਕਾਰ ਕੀਤੀ ਹੈ ਦੱਸਦੇ ਹਨ। ਨਿਸ਼ਾਨੀ ਚੰਦ ਗੁਰੂ ਗਰੀਬ ਨਿਵਾਜ ਪ੍ਰਭ ਹੇ ਕਿਰਪਾ ਨਿਧਾਨਾ। ਕਹਿਣ ਲੱਗੇ, ਹੇ ਗਰੀਬ ਨਵਾਜ ਸਤਿਗੁਰੂ, ਤੁਸੀਂ ਸਾਡੇ ਵਰਗੇ ਗਰੀਬਾਂ ਨੂੰ, ਨਿਮਾਣਿਆਂ ਨੂੰ ਨਿਵਾਜਣ ਵਾਲੇ ਪਤਿਤ ਪਾਵਨ ਹੋ, ਕਿਰਪਾ ਦੇ ਖਜ਼ਾਨੇ ਹੋ। ਤਕਰਾਈ ਸੋ ਪ੍ਰਸਾਦ ਕੈ ਸਭ ਹੀ ਨਹੀਂ ਜਾਣਾ। ਮਹਾਰਾਜ ਜੀ, ਅਸੀਂ ਬੇਨਤੀ ਕਰਨ ਆਏ ਹਾਂ ਕਿ ਜਿਹੜਾ ਲਾਂਗਰੀ ਸਿੰਘ ਹੈ ਉਹ ਤਕਰਾਰੀ ਹੈ। ਯਾਨੀ ਕਿ ਜਦੋਂ ਅਸੀਂ ਉਹਦੇ ਕੋਲ ਲੰਗਰ ਛਕਣ ਜਾਂਦੇ ਹਾਂ ਤੇ ਉਹ ਸਾਡੇ ਨਾਲ ਤਕਰਾਰਬਾਜ਼ੀ ਕਰਦਾ, ਲੜਾਈ ਕਰਦਾ। ਅਸੀਂ ਜੋ ਮੰਗਦੇ ਹਾਂ ਉਹਦੇ ਤੋਂ ਉਲਟ ਚੱਲਦਾ। ਜਿੰਨੀ ਜ਼ਰੂਰਤ ਹੁੰਦੀ ਆ ਓਨਾ ਨਹੀਂ ਦਿੰਦਾ, ਤੇ ਜੇ ਮੰਗ ਲੈਨੇ ਆ ਤੇ ਫਿਰ ਸਾਡੇ ਨਾਲ ਝਗੜਾ ਕਰਦਾ ਹੈ। ਦੇਤ ਲਾਂਗਰੀ ਅਲਪਈ ਜਾਚਤ ਸਿੱਖ ਫੇਰੀ। ਮਹਾਰਾਜ ਜੀ, ਤਕਰਾਰੀ ਕੀ ਹੈ? ਤਕਰਾਰ ਕੀ ਕਰਦਾ? ਝਗੜਾ ਕਿਸ ਗੱਲੋਂ ਕਰਦਾ ਹੈ? ਕਿ ਜਿੰਨਾ ਅਸੀਂ ਮੰਗਦੇ ਹਾਂ ਉਹਦੇ ਤੋਂ ਅੱਧਾ ਦਿੰਦਾ। ਮੰਨ ਲਓ ਜੇ 4 ਪ੍ਰਸ਼ਾਦਿਆਂ ਦੀ ਭੁੱਖ ਹੈ ਤੇ 2 ਹੀ ਦਿੰਦਾ। ਦੇਤ ਲਾਂਗਰੀ ਅਲਪਹੀ ਜਾਚਤ ਸਿੱਖ ਫੇਰੀ। ਸਿੱਖ ਜਦੋਂ ਫਿਰ ਦੁਬਾਰਾ ਮੰਗਦੇ ਨੇ ਕਿ ਭਾਈ ਪ੍ਰਸ਼ਾਦੇ ਦੀ ਜਿੰਨੀ ਭੁੱਖ ਹੈ ਓਨਾ ਹੀ ਛਕਣਾ ਨਾ, ਜਦੋਂ ਦੁਬਾਰਾ ਮੰਗਦੇ ਨੇ ਉਹ ਫਿਰ ਮੰਨ ਲਓ ਵੀ ਜੇ 2 ਪ੍ਰਸ਼ਾਦਿਆਂ ਦੀ ਭੁੱਖ ਹੈ ਤੇ ਉਹਨੇ ਅੱਧਾ ਹੀ ਦੇਣਾ, 1 ਹੀ ਦੇਣਾ।
ਜਿੰਨੀ ਵਸਤੂ ਦੀ ਲੋੜ ਹੁੰਦੀ ਹੈ ਜਦੋਂ ਅਸੀਂ ਸਿੱਖ ਮੰਗਦੇ ਹਾਂ ਲਾਂਗਰੀ ਦੇ ਕੋਲੋਂ, ਮਹਾਰਾਜ ਜੀ ਉਹ ਸਾਨੂੰ ਉਹਦੇ ਤੋਂ ਬਹੁਤ ਘਟਾ ਕੇ ਦਿੰਦਾ ਹੈ। ਜਿੰਨੀ ਜ਼ਰੂਰਤ ਹੈ ਉਨੀ ਨਹੀਂ ਦਿੰਦਾ। ਨੈ ਬੋਲੇ ਮੁਖ ਮੌਨ ਤਰ, ਜੇ ਕਹੇ ਕੋ ਫੇਰੀ। ਤੇ ਜੇ ਅਸੀਂ ਅੱਗੋਂ ਕੁਝ ਬੋਲਦੇ ਹਾਂ ਵੀ ਤੂੰ ਭਾਈ ਤੂੰ ਆਪਣੇ ਪੱਲਿਓਂ ਦੇਣਾ, ਗੁਰੂ ਕੇ ਲੰਗਰਾਂ ਚੋਂ ਦੇ ਰਿਹਾ, ਗੁਰੂ ਕੇ ਖਜ਼ਾਨਿਆਂ ਚੋਂ ਦੇਣਾ, ਤੇ ਅੱਗੋਂ ਫਿਰ ਬੋਲਦਾ ਨਹੀਂ ਹੈ। ਫਿਰ ਚੁੱਪ ਕਰਕੇ ਨਾ ਜਿਵੇਂ ਮਹਾਰਾਜ ਮੂੰਹ 'ਚ ਘੁੰਗਣੀਆਂ ਪਾਈਆਂ ਹੁੰਦੀਆਂ ਬਹਿ ਜਾਂਦਾ, ਜਵਾਬ ਹੀ ਨਹੀਂ ਦਿੰਦਾ। ਅਸੀਂ ਬੋਲ ਬੋਲ ਕੇ ਹੱਫ ਜਾਂਦੇ ਹਾਂ, ਕੋਲ ਖਲੋਤੇ ਸਾਡੇ ਵੱਲ ਵੇਖਦਾ ਹੀ ਨਹੀਂ। ਅਸੀਂ ਮੰਗਦੇ ਰਹਿ ਜਾਂਦੇ ਹਾਂ ਵੀ ਆਹ ਚੀਜ਼ ਚਾਹੀਦੀ ਹੈ, ਆਹ ਵਸਤੂ ਚਾਹੀਦੀ ਹੈ। ਉਹ ਮਹਾਰਾਜ ਅਸੀਂ ਬੋਲਦੇ ਬੋਲਦੇ ਹਾਰ ਜਾਂਦੇ ਹਾਂ, ਉਹ ਨਹੀਂ ਸਾਡੇ ਵੱਲ ਵੇਖਦਾ। ਤੇ ਜਿਹੜੇ ਬੰਦੇ ਉਹਦੇ ਆਪਣੇ ਖਾਸ ਉਹਦੇ ਨਾਲ ਜਿਨ੍ਹਾਂ ਦਾ ਉਹਦਾ ਸਨੇਹ ਹੈ, ਮਹਾਰਾਜ ਉਹਨਾਂ ਨੂੰ ਖੁੱਲ੍ਹਾ ਦੇਈ ਜਾਂਦਾ। ਇਹ ਲਾਂਗਰੀ ਸਿੱਖ ਦੀ ਬਿਰਤੀ ਇਹੋ ਜਿਹੀ ਨਹੀਂ ਹੋਣੀ ਚਾਹੀਦੀ। ਸਾਰਿਆਂ ਲਈ ਇੱਕ ਸਮਾਨ ਵਰਤਣਾ ਚਾਹੀਦਾ ਵੀ ਜਿਹੜਾ ਸਨੇਹੀ ਆ ਉਹਨੂੰ ਦੇ ਦਿੱਤਾ, ਜਿਹੜਾ ਸਨੇਹ ਵਾਲਾ ਨਹੀਂ ਉਹ ਮੰਗੀ ਜਾਵੇ ਤਾਂ ਵੀ ਨਾ ਦੇਣਾ। ਉਹ ਜੇ ਅੱਗੋਂ ਬੋਲਦੇ ਨੇ ਸਿੰਘ, ਅਸੀਂ ਮਹਾਰਾਜ ਜੀ ਬੋਲਦੇ ਹਾਂ ਲਾਂਗਰੀ ਦੇ ਸਾਹਮਣੇ, ਤੇ ਮਹਾਰਾਜ ਉਹ ਬਿਲਕੁਲ ਮੌਨ ਰਹਿੰਦਾ, ਚੁੱਪ ਰਹਿੰਦਾ, ਅੱਗੋਂ ਦੁਬਾਰਾ ਪਲਟਵਾਂ ਜਵਾਬ ਨਹੀਂ ਦਿੰਦਾ। ਮਾਨੋ ਜਿਵੇਂ ਉਹਨੇ ਸਾਡੀ ਗੱਲ ਸੁਣੀ ਨਾ ਹੋਵੇ, ਜਿਵੇਂ ਉਹਨੇ ਕੰਨਾਂ ਵਿੱਚ ਬੁੱਝੇ ਦਿੱਤੇ ਹੋਣ ਤੇ ਸਾਡੀ ਗੱਲ ਨਾ ਸੁਣਦਾ ਹੋਵੇ। ਸ਼੍ਰੀ ਮੁਖ ਤੇ ਮੁਸਕਾਏ ਕਰ, ਇਮ ਬਾਕ ਬਖਾਨਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੁਣ ਕੇ ਮੁਸਕਰਾ ਪਏ। ਜਦੋਂ ਸਿੱਖਾਂ ਨੇ ਲਾਂਗਰੀ ਦੀ ਇੱਦਾਂ ਸ਼ਿਕਾਇਤ ਕੀਤੀ ਨਾ, ਮਹਾਰਾਜ ਜੀ ਸੁਣ ਕੇ ਮੁਸਕਰਾਏ ਵੀ ਲਾਂਗਰੀ ਦੀ ਬਿਰਤੀ ਸੁਣ ਕੇ। ਹਾਲਾਂਕਿ ਐਸਾ ਨਹੀਂ ਸੀ ਵੀ ਲਾਂਗਰੀ ਘਰ ਲੈ ਕੇ ਜਾਂਦਾ ਸੀ ਵਿੱਚੋਂ ਸਮਾਨ। ਉਹ ਬਿਰਤੀ ਇਹੋ ਜਿਹੀ ਬਣ ਗਈ ਵੀ ਜਿੰਨਾ ਸਿੰਘ ਮੰਗਦੇ ਸੀ ਉਹਦੇ 'ਚੋਂ ਘੱਟ ਦਿੰਦਾ ਸੀ। ਜਿੰਨੀ ਭੁੱਖ ਹੋਣੀ ਭੁੱਖ ਤੋਂ ਵੀ ਘੱਟ। ਜੇ ਦੁਬਾਰਾ ਮੰਗ ਕੇ ਉਹਨਾਂ ਨੇ ਕੁਝ ਕਹਿਣਾ ਤੇ ਬੋਲਣਾ ਹੀ ਨਾ, ਅੱਗੋਂ ਜਵਾਬ ਹੀ ਨਾ ਦੇਣਾ। ਵੀ ਮੰਨ ਲਓ ਜਿਵੇਂ ਘੁੱਗੂ ਮਾਟੀ ਹੋ ਗਿਆ ਹੋਵੇ, ਸੁਣਦਾ ਹੀ ਨਾ ਹੋਵੇ ਉਹਨੂੰ। ਮਹਾਰਾਜ ਜੀ ਸੁਣ ਕੇ ਮੁਸਕਰਾ ਪਏ। ਲੋਭੀ ਦੀਰਘ ਲਾਂਗਰੀ, ਨਾਹਿਨ ਤ੍ਰਿਪਤਾਨਾ। ਮਹਾਰਾਜ ਜੀ ਕਹਿੰਦੇ ਲਾਂਗਰੀ ਲਾਲਚੀ ਹੈ, ਲੋਭੀ ਹੈ, ਉਹਦਾ ਮਨ ਤ੍ਰਿਪਤ ਨਹੀਂ ਹੁੰਦਾ, ਉਹਦਾ ਮਨ ਰੱਜਿਆ ਨਹੀਂ ਹੋਇਆ। ਲਾਂਗਰੀ ਦਾ ਮਨ ਲਾਲਚੀ ਹੈ, ਲੋਭੀ ਹੈ, ਔਰ ਉਹਦਾ ਮਨ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ। ਗੁਰ ਧਨ ਇਨ ਖਾਇਓ ਅਧਿਕ, ਡੈਕਿਓ ਮਨ ਮਾਈ। ਦਰਅਸਲ ਇਹ ਲਾਂਗਰੀ ਪਿਛਲੇ ਜਨਮ ਦਾ ਮਸੰਦ ਹੈ। ਇਹਨੇ ਗੁਰੂ ਘਰ ਦਾ ਧਾਨ ਖਾਧਾ, ਉਹਦੇ ਨਾਲ ਇਹ ਡਹਿਕਿਆ ਫਿਰਦਾ ਹੈ, ਹੰਕਾਰਿਆ ਫਿਰਦਾ। ਗੁਰੂ ਘਰ ਦਾ ਧਾਨ ਬੜਾ ਖਾਧਾ ਪਿਛਲੇ ਜਨਮ 'ਚ, ਇਹਨੇ ਮਸੰਦ ਸੀ ਇਹ ਗੁਰੂ ਘਰ ਦਾ। ਪੈਸਾ ਲਾਲਚੀ ਬਣ ਕੇ, ਲੋਭੀ ਹੋ ਕੇ ਗੁਰੂ ਘਰ ਦਾ ਇਹਨੇ ਬਹੁਤ ਖਾਧਾ ਹੈ, ਜਿਸ ਕਰਕੇ ਹੁਣ ਇਹ ਡਹਿਕਿਆ ਫਿਰਦਾ, ਯਾਨੀ ਕਿ ਹੰਕਾਰਿਆ ਫਿਰਦਾ। ਪਿਛਲੇ ਜਨਮ ਮਸੰਦ ਤੋਂ ਭੂਖਾ ਵਡਿਆਈ। ਉਹ ਪਿਛਲੇ ਜਨਮ ਦਾ ਇਹ ਮਸੰਦ ਹੈ ਤੇ ਵਡਿਆਈ ਦਾ ਭੁੱਖ ਹੈ। ਪਿਛਲੇ ਜਨਮ ਦਾ ਮਸੰਦ ਹੈ ਔਰ ਇਹ ਵਡਿਆਈ ਦਾ ਭੁੱਖਾ ਹੈ। ਚੌਪਈ ਜੀਵੋਂ ਦੇਗ ਗੁਰੂ ਕੀ ਹੋਏ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਲਾਂਗਰੀ ਨੂੰ ਕਹਿ ਦਿੱਤਾ ਕਿ ਗੁਰੂ ਕਾ ਲੰਗਰ, ਗੁਰੂ ਕਾ ਪ੍ਰਸ਼ਾਦ ਖੁੱਲ੍ਹਾ ਵਰਤੇ। ਲਾਂਗਰੀ ਨੂੰ ਹਦਾਇਤ ਕਰ ਦਿੱਤੀ, ਕਹਿੰਦੇ ਜਦੋਂ ਗੁਰੂ ਕਾ ਪ੍ਰਸ਼ਾਦ, ਗੁਰੂ ਕੀ ਦੇਗ ਵਰਤਦੀ ਹੈ, ਸਾਰੇ ਬੇਝਿਜਕ ਹੋ ਕੇ ਛਕਣ। ਦੇਗ ਵਾਹਿਗੁਰੂ ਜੀ ਕੀ ਸੋਏ। ਲਾਂਗਰੀ ਨੂੰ ਸੱਦਿਆ, ਉਹਨੂੰ ਆਖਿਆ ਕਿ ਭਾਈ ਜਦੋਂ ਪ੍ਰਸ਼ਾਦ ਵੰਡਣ ਵੇਲੇ ਪ੍ਰਸ਼ਾਦ ਵੰਡਣ ਵਾਲਾ ਲਾਂਗਰੀ ਮਨ 'ਚ ਲੋਭ ਰੱਖੇ, ਕਿਸੇ ਨੂੰ ਘੱਟ ਕਿਸੇ ਨੂੰ ਵੱਧ ਦੇਵੇ, ਉਹ ਗੁਰੂ ਕਾ ਦੇਣਦਾਰ ਹੈ, ਉਹ ਤਨਖਾਹੀਆ ਹੈ। ਫਿਰ ਨਾਲੇ ਤਾਂ ਇਹ ਲੰਗਰ ਤੇਰਾ ਨਹੀਂ ਹੈ, ਤੂੰ ਤਾਂ ਸੇਵਾਦਾਰ ਹੈ ਲੰਗਰ ਦਾ। ਇਹ ਲੰਗਰ ਵਾਹਿਗੁਰੂ ਦਾ ਹੈ, ਇਹ ਦੇਗ ਵਾਹਿਗੁਰੂ ਦੀ ਹੈ, ਗੁਰੂ ਨਾਨਕ ਦਾ ਲੰਗਰ ਹੈ। ਤੂੰ ਤਾਂ ਆਪਣੇ ਦੋਹਾਂ ਹੱਥਾਂ ਨਾਲ ਵੰਡਣਾ, ਇਹਦੇ 'ਚ ਤੋਟ ਥੋੜ੍ਹੀ ਆਉਣੀ ਹੈ। ਜਿੰਨਾ ਵੰਡੇਗਾ ਇਹਦੇ 'ਚ ਕਮੀ ਨਹੀਂ ਆਉਣੀ। ਇਹ ਗੁਰੂ ਨਾਨਕ ਦੇ ਲੰਗਰ ਹਨ। ਇਹ ਜਗਤ ਗੁਰੂ ਬਾਬਾ ਜੀ ਨੇ ਮਰਿਆਦਾ ਪ੍ਰਾਰੰਭ ਕੀਤੀ ਹੈ ਤੇ ਤੂੰ ਲਾਂਗਰੀ ਸਿੱਖ ਹੈ, ਤੈਨੂੰ ਇਹ ਬਿਰਤੀ ਨਹੀਂ ਚਾਹੀਦੀ। ਲਾਂਗਰੀ ਦਾ ਬੜਾ ਵੱਡਾ ਰੁਤਬਾ ਹੁੰਦਾ ਗੁਰੂ ਘਰ ਵਿੱਚ,
ਤੇ ਤੂੰ ਆਪਣੇ ਰੁਤਬੇ ਨੂੰ ਕਲੰਕਿਤ ਨਾ ਕਰ। ਇੱਦਾਂ ਦੀ ਬਿਰਤੀ ਨਾ ਰੱਖ ਕਿ ਜੇ ਸਿੰਘ ਆ ਕੇ ਛਕਦੇ ਨੇ, ਸਿੰਘਾਂ ਦੇ ਛਕਣ ਛਕਾਉਣ ਵਾਸਤੇ ਨੇ ਲੰਗਰ ਪ੍ਰਸ਼ਾਦੇ, ਤੇ ਉਹਨਾਂ ਦੇ ਉੱਤੇ ਤੂੰ ਕਿੰਤੂ ਪਰੰਤੂ ਕਰਦਾ, ਜਾਂ ਕੋਈ ਮੰਗਦਾ ਤੇ ਅੱਗੋਂ ਬੋਲਦਾ ਨਹੀਂ, ਚੁੱਪ ਹੋ ਕੇ ਬੈਠਾ ਰਹਿਣਾ। ਇਹ ਭਾਈ ਵਾਹਿਗੁਰੂ ਦੀ ਦੇਗ ਹੈ। ਸਾਰਿਆਂ ਨੂੰ ਵਾਹਿਗੁਰੂ ਕਹਿ ਕੇ ਸਤਿਕਾਰ ਸਹਿਤ ਗੁਰੂ ਕੀ ਦੇਗ ਚੋਂ, ਗੁਰੂ ਕੇ ਲੰਗਰ ਚੋਂ ਭੋਜਨ ਛਕਣਾ ਚਾਹੀਦਾ। ਸਵਾਦ ਦੇਗ ਮੈਂ ਬਹੁਤੋ ਰਹੇ। ਕਹਿੰਦੇ ਜਦੋਂ ਇਹ ਸਮਝੇ ਨਾ ਲਾਂਗਰੀ ਕਿ ਇਹ ਲੰਗਰ ਗੁਰੂ ਦਾ ਹੈ, ਉਦੋਂ ਉਸ ਲੰਗਰ ਵਿੱਚ ਰੱਜ ਕੇ ਸਵਾਦ ਭਰ ਜਾਂਦਾ। ਗੁਰੂ ਦੀ ਕਲਾ ਵਰਤ ਜਾਂਦੀ ਉਸ ਲੰਗਰ 'ਚ। ਉਹਦੇ 'ਚ ਅਧਿਕ ਸਵਾਦ ਜਿਹੜਾ ਗੁਰੂ ਕੀ ਦੇਗ ਦੇ ਵਿੱਚ ਵਰਤਦਾ ਹੈ। ਜੋ ਪਾਹੁਲੀਆ ਗੁਰ ਸਿੱਖ ਆਹੇ। ਜਿਹੜਾ ਪੌਲੀਆ ਗੁਰ ਸਿੱਖ ਹੈ, ਯਾਨੀ ਕਿ ਖੰਡੇ ਦੀ ਪੌਲ ਜਿਸ ਸਿੱਖ ਨੇ ਛਕੀ ਹੈ, ਨਹੀਂ ਪ੍ਰਸ਼ਾਦ ਦੇਗ ਕੋ ਖਾਏ। ਉਹਨੂੰ ਗੁਰੂ ਕੇ ਲੰਗਰ ਚੋਂ ਭੋਜਨ ਛਕਣਾ ਚਾਹੀਦਾ। ਤੇ ਜੇ ਕੋਈ ਕਿੰਤੂ ਪਰੰਤੂ ਰੱਖੇ ਕਿ ਅਸੀਂ ਲੰਗਰ ਵਿੱਚੋਂ ਨਹੀਂ ਛਕਣਾ, ਪ੍ਰਸ਼ਾਦਾ ਇੱਥੋਂ ਨਹੀਂ ਛਕਣਾ, ਸੋ ਨੈ ਗੁਰ ਕੋ ਸਿੱਖ ਕਦਾਏ। ਜਿਹੜਾ ਗੁਰੂ ਕੇ ਲੰਗਰ ਦੇ ਉੱਤੇ ਕਿੰਤੂ ਪਰੰਤੂ ਕਰੇ ਜੀ, ਇਹ ਠੀਕ ਨਹੀਂ ਹੈ। ਮਹਾਰਾਜ ਜੀ ਕਹਿੰਦੇ ਉਹ ਸਿੱਖ ਨਹੀਂ ਹੈ। ਉਹ ਸਿੱਖ ਨਹੀਂ ਜਿਹੜਾ ਲੰਗਰ ਤੇ ਕਿੰਤੂ ਕਰੇ। ਇਹ ਖਬਰੇ ਕਿਹਨੇ ਬਣਾਇਆ, ਕਿਹੋ ਜਿਹੇ ਲੋਕਾਂ ਨੇ ਬਣਾਇਆ। ਇੱਦਾਂ ਦੀ ਕਿੰਤੂ ਪਰੰਤੂ ਦੀ ਬਿਰਤੀ ਕਰੇ ਗੁਰੂ ਕੇ ਲੰਗਰ ਤੇ, ਉਹ ਸਿੱਖ ਨਹੀਂ। ਅਬ ਤੇ ਸੁਨੋ ਸਿੱਖ ਸਭ ਭਾਈ। ਇਹ ਮੇਰੇ ਸਾਰੇ ਪਿਆਰ ਵਾਲਿਓ ਗੁਰਸਿੱਖੋ, ਸੁਣੋ ਅੱਜ ਤੋਂ ਬਾਅਦ ਤੁਸੀਂ ਗੱਲ ਧਿਆਨ ਦੇ ਨਾਲ ਪੱਲੇ ਬੰਨ੍ਹ ਲਵੋ। ਕਰ ਕੈ ਰਹਿਤ ਜਥਾ ਹਮ ਗਾਈ। ਜਿਹੜੀ ਰਹਿਤ ਅਸੀਂ ਤੁਹਾਨੂੰ ਦੱਸੀ ਹੈ ਨਾ ਕਿ ਇਸ ਰਹਿਣੀ ਦੇ ਧਾਰਨੀ ਹੋਣਾ ਅੰਮ੍ਰਿਤ ਛਕ ਕੇ, ਉਸ ਰਹਿਤ ਨੂੰ ਧਾਰਨ ਕਰਕੇ ਉਸ ਰਹਿਣੀ ਦੇ ਅਨੁਸਾਰ ਚੱਲਣਾ ਹੈ। ਆਪ ਪ੍ਰਸ਼ਾਦ ਬਣਾਵੋ ਤਿਆਰ। ਔਰ ਰਹਿਣੀ ਵਿੱਚ ਰਹਿ ਕੇ ਮਰਿਆਦਾ ਨਾਲ ਲੰਗਰ ਤਿਆਰ ਕਰਨਾ। ਜਦੋਂ ਗੁਰੂ ਕਾ ਭੋਜਨ ਤਿਆਰ ਕਰਨਾ, ਗੁਰੂ ਕਾ ਲੰਗਰ ਤਿਆਰ ਕਰਨਾ, ਮਰਿਆਦਾ ਸਹਿਤ ਪਵਿੱਤਰਤਾ ਸਹਿਤ ਖਿਆਲ ਰੱਖ ਕੇ। ਇਹ ਨਹੀਂ ਵੀ ਝੂਠੇ ਮੂਠੇ ਹੱਥ ਵਿੱਚ ਪਾਈ ਜਾਓ, ਜਾਂ ਪਵਿੱਤਰਤਾ ਦਾ ਸੁਚਮਤਾ ਦਾ ਖਿਆਲ ਨਾ ਰੱਖੋ। ਮਹਾਰਾਜ ਜੀ ਕਹਿੰਦੇ ਤੁਸੀਂ ਰਹਿਤ ਦੀ ਪਾਲਣਾ ਕਰਕੇ ਤਿਆਰ ਬਰ ਤਿਆਰ ਹੋ ਕੇ ਲੰਗਰ ਤਿਆਰ ਕਰਨਾ ਹੈ, ਦੇਗ ਤਿਆਰ ਕਰਨੀਆਂ ਪਵਿੱਤਰਤਾ ਦੇ ਨਾਲ। ਟਿਗ ਹੋਏ ਦੀਜੈ ਅਚੋ ਆਹਾਰ। ਔਰ ਜਿਹੜਾ ਕੋਈ ਨੇੜੇ ਆਵੇ ਉਹਨੂੰ ਭੋਜਨ ਛਕਾ ਕੇ ਫਿਰ ਆਪ ਛਕਣ ਦੀ ਬਿਰਤੀ ਰੱਖਣੀ ਹੈ। ਲੰਗਰ ਤਿਆਰ ਕਰੋ, ਪਵਿੱਤਰਤਾ ਸਹਿਤ ਲੰਗਰ ਤਿਆਰ ਕਰੋ, ਰਹਿਣੀ ਬਹਿਣੀ 'ਚ ਪਰਪੱਕ ਹੋ ਕੇ ਸਮਝ ਕੇ ਵੀ ਇਸ ਲੰਗਰ ਨੂੰ, ਦੇਗ ਨੂੰ, ਗੁਰੂ ਨੂੰ ਭੋਗ ਲੱਗਣਾ ਹੈ। ਫਿਰ ਤਿਆਰ ਕਰਕੇ ਜਦੋਂ ਭੋਜਨ ਛਕਣਾ, ਜੇ ਕੋਲ ਹੋਵੇ ਕਿਸੇ ਹੋਰ ਨੂੰ ਫਿਰ ਛਕਾ ਕੇ ਆਪ ਛਕਣਾ ਹੈ। ਸਿੱਖ ਪ੍ਰਸ਼ਾਦ ਛਕਾਵੈ ਸਿੱਖ ਕੋ। ਸਿੱਖ ਦੂਸਰੇ ਸਿੱਖ ਨੂੰ ਪਿਆਰ ਨਾਲ, ਅਦਬ ਨਾਲ ਭੋਜਨ ਛਕਾਵੇ। ਸਿੱਖ ਦੂਸਰੇ ਸਿੱਖ ਨੂੰ ਅਦਬ ਨਾਲ ਭੋਜਨ ਛਕਾਵੇ। ਹੋਏ ਨਿਹਾਲ ਨਾ ਕਸ਼ਟ ਭਵਿੱਖ ਕੋ। ਕਹਿੰਦੇ ਜਿਹੜਾ ਸਿੱਖ ਦੂਸਰੇ ਸਿੱਖ ਨੂੰ ਭੋਜਨ ਛਕਾਏਗਾ, ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਉਹਨੂੰ ਜਨਮ ਮਰਨ ਦਾ ਕਸ਼ਟ ਨਹੀਂ ਵਿਆਪੇਗਾ, ਉਹ ਨਿਹਾਲ ਹੋ ਜਾਵੇਗਾ। ਆਸ਼ਰਮ ਬਰਨ ਸਬਨ ਤੇ ਤਿਆਗੀ। ਜਦੋਂ ਵੀ ਭੋਜਨ ਛਕਾਉਣਾ ਉਸ ਵੇਲੇ ਆਸ਼ਰਮ ਵਰਣ ਵੀ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਿਸ ਵਰਣ ਦਾ ਹੈ, ਕਿਹੜੇ ਆਸ਼ਰਮ ਦਾ, ਇਹ ਨਾ ਵੇਖੇ। ਪੰਥ ਗੁਰੂ ਕੋ ਪ੍ਰਭ ਅਨੁਰਾਗੀ। ਇਹ ਜਾਣੇ ਕਿ ਸਾਰਾ ਗੁਰੂ ਪਾਤਸ਼ਾਹ ਦਾ ਪੰਥ ਹੈ, ਇਹ ਕਲਗੀਧਰ ਦਾ ਪੰਥ ਹੈ। ਔਰ ਕਲਗੀਧਰ ਦਾ ਪੰਥ ਜਾਣ ਕੇ ਪ੍ਰਭੂ ਨਾਲ, ਗੁਰੂ ਨਾਲ ਅਨੁਰਾਗ ਕਰੇ, ਪ੍ਰੇਮ ਕਰੇ। ਕਰ ਅਰਦਾਸ ਕਰੋ ਬਰਤਾਵਨ। ਔਰ ਜਦੋਂ ਲੰਗਰ ਤਿਆਰ ਹੋ ਜਾਵੇ, ਅਰਦਾਸ ਕਰਕੇ ਫਿਰ ਉਹ ਭੋਜਨ ਸਾਰੀ ਸੰਗਤ ਵਿੱਚ ਵਰਤਾਉਣਾ ਤੇ ਬਿਨਾਂ ਕਿਸੇ ਭੇਦ ਭਾਵ ਤੋਂ ਵਰਤਾਉਣਾ। ਔਰ ਗੁਰ ਸਿੱਖਾਂ ਨੂੰ ਭੋਜਨ ਛਕਾਉਣ ਵੇਲੇ ਇਹ ਬਿਰਤੀ ਰੱਖਣੀ ਹੈ ਕਿ ਇਹ ਭੋਜਨ ਮੈਂ ਗੁਰੂ ਨੂੰ ਛਕਾ ਰਿਹਾ, ਸਤਿਗੁਰਾਂ ਨੂੰ ਛਕਾ ਰਿਹਾ। ਜੋ ਇਹ ਗੁਰ ਸਿੱਖ ਆਪਣੇ ਮੁੱਖ 'ਚ ਪਾ ਰਹੇ ਨੇ, ਮਾਨੋ ਗੁਰੂ ਪਾਤਸ਼ਾਹ ਨੇ ਆਪਣੇ ਮੁੱਖ ਵਿੱਚ ਪਾਇਆ ਹੈ।
ਇਸ ਭਾਵਨਾ ਨਾਲ ਅਰਦਾਸ ਕਰਕੇ ਸਾਰੀ ਸੰਗਤ ਨੂੰ ਭੋਜਨ ਛਕਾਵੇ। ਤਵ ਪ੍ਰਸਾਦ ਕੈ ਛਕੈ ਛਕਾਵਨ। ਤਵ ਪ੍ਰਸਾਦ ਕਹਿ ਕੇ ਛਕੇ ਤੇ ਛਕਾਵੇ। ਜਦੋਂ ਭੋਜਨ ਛਕਾਵੇ ਉਦੋਂ ਵੀ ਕਹੇ ਤਵ ਪ੍ਰਸਾਦ। ਤਵ ਪ੍ਰਸਾਦ ਦਾ ਮਤਲਬ ਤੇਰੀ ਕਿਰਪਾ। ਤੇ ਜਦੋਂ ਛਕੇ ਉਦੋਂ ਵੀ ਆਖੇ ਵਾਹਿਗੁਰੂ ਤੇਰੀ ਕਿਰਪਾ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹੰਗਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਗੁਰਦੇਵ ਮਹਾਰਾਜ ਤੁਹਾਡੀ ਕਿਰਪਾ ਨਾਲ ਛਕਣ ਲੱਗੇ ਆ। ਸਿੰਘ ਜਦੋਂ ਭੋਜਨ ਛਕਦੇ ਆ ਸ਼ਲੋਕ ਪੜ੍ਹਦੇ ਆ ਬੜੇ ਪਿਆਰ ਨਾਲ। ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ। ਜਿਨੇ ਗੁਰੂ ਮਨਾਇਆ ਰਜ ਰਜ ਸੇ ਖਾਏ। ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹੰਗਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਗੁਰਦੇਵ ਤਵ ਪ੍ਰਸਾਦ। ਮਹਾਰਾਜ ਤੁਹਾਡੀ ਕਿਰਪਾ ਨਾਲ ਛਕਣ ਲੱਗਾ। ਜਦੋਂ ਛਕਾਵੇ ਕਿਸੇ ਨੂੰ ਉਦੋਂ ਵੀ ਇਹੀ ਬਿਰਤੀ ਰੱਖੇ ਮਹਾਰਾਜ ਤੁਹਾਡੀ ਕਿਰਪਾ ਨਾਲ ਛਕਾਉਣ ਲੱਗਾ। ਛਕਣ ਵੇਲੇ ਔਰ ਛਕਾਉਣ ਵੇਲੇ ਆਪਣੇ ਹਿਰਦੇ ਵਿੱਚ ਤਵ ਪ੍ਰਸਾਦ ਦਾ ਜਿਹੜਾ ਭਾਵ ਹੈ ਉਹ ਰੱਖੇ। ਤ੍ਰਿਪਤ ਹੋਏ ਮੁਖ ਹਾਥ ਪਖਾਰੋ। ਭੋਜਨ ਛਕਣ ਤੋਂ ਬਾਅਦ ਮਹਾਰਾਜ ਜੀ ਨੇ ਪਹਿਲਾਂ ਦੱਸਿਆ ਭੋਜਨ ਪਕਾਉਣਾ ਕਿਸ ਵਿਧੀ ਨਾਲ ਹੈ? ਸੁਚਮਤਾ ਨਾਲ। ਜਿਹੜਾ ਗੁਰੂ ਕੇ ਲੰਗਰ ਵਿੱਚ ਭੋਜਨ ਤਿਆਰ ਕਰੇ ਉਹ ਰਹਿਣੀ ਬਹਿਣੀ 'ਚ ਪੱਕਾ ਹੋਣਾ ਚਾਹੀਦਾ। ਜਿਹਨੇ ਲੰਗਰ ਤਿਆਰ ਕਰਨਾ, ਭੋਜਨ ਤਿਆਰ ਕਰਨਾ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ, ਉਹ ਰਹਿਣੀ ਬਹਿਣੀ 'ਚ ਤਿਆਰ ਬਰ ਤਿਆਰ ਹੋਵੇ, ਪਰਪੱਕ ਹੋਵੇ ਰਹਿਤ ਮਰਿਆਦਾ ਵਿੱਚ। ਫਿਰ ਜਦੋਂ ਬਣ ਜਾਏ ਉਦੋਂ ਛਕਾਉਣ ਵੇਲੇ ਅਰਦਾਸ ਕਰੇ। ਪਹਿਲਾਂ ਅਰਦਾਸ ਕਰਕੇ ਫਿਰ ਛਕਾਵੇ। ਛਕਣ ਤੋਂ ਬਾਅਦ ਮਹਾਰਾਜ ਜੀ ਕਹਿੰਦੇ ਫਿਰ ਆਪਣੇ ਹੱਥ ਧੋ ਕੇ ਚੂਲਾ ਕਰੇ। ਤਿਸ ਪਸ਼ਚਾਤੀ ਚੁਲਾ ਉਚਾਰੋ। ਫਿਰ ਆਪਣੇ ਮੁਖ ਤੋਂ ਚੁਲਾ ਉਚਾਰੇ। ਚੁਲਾ ਕੀ ਉਚਾਰੇ? ਦਾਣਾ ਪਾਣੀ ਗੁਰੂ ਕਾ, ਟਹਿਲ ਪਾਣੀ ਸਿੱਖਾਂ ਸੇਵਕਾਂ ਕੀ। ਉਦੋਂ ਆਪਣੇ ਮੁਖੋਂ ਉਚਾਰੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦੇਂਦੇ ਤੋਟ ਨ ਆਵੀ ਅਗਨਤ ਭਰੇ ਭੰਡਾਰ। ਉਦੋਂ ਆਪਣੇ ਮੁਖਾਰ ਬਿੰਦ ਚੋਂ ਆਪਣੇ ਮੁਖੋਂ ਇਹ ਸ਼ਬਦ ਪੜ੍ਹੇ, ਇਹ ਚੂੜਾ ਪੜ੍ਹੇ। ਸ਼ਸਤਰ ਤੁਰੰਗਮ ਕੀ ਨਿਤ ਸੋਧੀ। ਔਰ ਸ਼ਸਤਰਾਂ ਦਾ ਤੇ ਘੋੜਿਆਂ ਦਾ ਨਿਤ ਸੋਧੀ ਹੋਵੇ, ਰਹਿਣੀ ਦੇ ਵਿੱਚ ਪਰਪੱਕ ਹੋਵੇ। ਹੋਵਨ ਤੁਰਕਨ ਸੰਗ ਵਿਰੋਧੀ। ਔਰ ਮਲੇਛਾਂ ਦੇ ਨਾਲ ਹਮੇਸ਼ਾ ਆਪਣੀ ਜੰਗ ਦੀ ਬਿਰਤੀ ਰੱਖਣੀ। ਜਰਵਾਣਿਆਂ ਦੇ ਨਾਲ ਉਹਨਾਂ ਨਾਲ ਬਹਿ ਕੇ ਭਾਈ ਪ੍ਰਸ਼ਾਦਾ ਨਹੀਂ ਛਕਣਾ ਜਿਹੜੇ ਮਲੇਛ ਨੇ। ਇਹ ਨਹੀਂ ਵੀ ਜਿੱਥੇ ਉਹਨਾਂ ਦਾ ਪੱਕਿਆ ਮਲੇਛੀ ਤਰੀਕੇ ਨਾਲ ਪ੍ਰਸ਼ਾਦਾ ਪਤਾ ਨਹੀਂ ਕਿਸ ਤਰੀਕੇ ਨਾਲ ਬਣਾਇਆ ਉਹਨਾਂ ਵਿੱਚ ਬਹਿ ਕੇ ਛਕੇ, ਐਸਾ ਨਾ ਹੋਵੇ ਸਿੱਖ। ਹਾਂਜੀ। ਰਹਿਨ ਪਹਾੜੀ ਸੋ ਨਿਤ ਨਿਆਰੋ। ਕਹਿੰਦੇ ਮਲੇਛਾਂ ਨਾਲ ਨਿਤ ਜੰਗ ਦੀ ਬਿਰਤੀ ਰੱਖਣੀ ਆ। ਜਿਹੜੇ ਪਹਾੜੀਏ ਨੇ ਇਹਨਾਂ ਤੋਂ ਵੀ ਆਪਣੀ ਰਹਿਤ ਨਿਆਰੀ ਰੱਖਣੀ ਆ। ਇਹਨਾਂ ਨਾਲ ਸਾਡਾ ਮੇਲ ਨਹੀਂ। ਸਾਡਾ ਮੇਲ ਕੇਵਲ ਗੁਰਸਿੱਖਾਂ ਨਾਲ, ਅੰਮ੍ਰਿਤਧਾਰੀਆਂ ਨਾਲ ਹੈ। ਬਨ ਕਰ ਸਖਾ ਨ ਕੀਜੈ ਪਿਆਰੋ। ਇਹਨਾਂ ਨਾਲ ਮਿੱਤਰ ਬਣ ਕੇ ਇਹਨਾਂ ਨਾਲ ਪਿਆਰ ਨਹੀਂ ਪਾਉਣਾ। ਇਹ ਮਲੇਛਾਂ ਦੇ ਨਾਲ ਇਹ ਵਿਸਾਘਾਤ ਕਰਨ ਵਾਲੇ ਲੋਕ ਨੇ। ਇਹ ਵਿਸਾਘਾਤ ਕਰਨ ਵਾਲੀ ਬਿਰਤੀ ਹੈ ਇਹਨਾਂ ਪਹਾੜੀਆਂ ਦੀ। ਇਹਨਾਂ ਨਾਲ ਸਖਾਪਨ ਪਾ ਕੇ ਪਿਆਰ ਨਹੀਂ ਪਾਉਣਾ। ਸਭ ਸਿੱਖਨ ਕੋ ਖਰਚ ਵਿਸਾਲਾ। ਖਾਲਸਾ ਜੀ ਐਸਾ ਕਿਉਂ ਕਿਹਾ ਜਾ ਰਿਹਾ? ਕਿਉਂਕਿ ਉਸ ਵੇਲੇ ਇਹਨਾਂ ਪਹਾੜੀਆਂ ਨਾਲ ਜੰਗ ਯੁੱਧ ਹੋ ਰਹੇ ਸਨ। ਜਦੋਂ ਸਿੱਖ ਇਹਨਾਂ ਪਹਾੜੀਆਂ ਨਾਲ ਮਿੱਤਰਤਾ ਪਾਉਂਦੇ ਤੇ ਮਿੱਤਰਤਾ ਦੇ ਨਾਲ ਗੁਰੂ ਘਰ ਦੀਆਂ ਜਿਹੜੀਆਂ ਭੇਤ ਦੀਆਂ ਬਾਤਾਂ ਉਹਨਾਂ ਨੂੰ ਦੱਸਦੇ, ਉਹ ਗੁਰੂ ਘਰ ਦਾ ਹੀ ਭੇਤ ਲੈ ਕੇ ਮੁੜ ਕੇ ਗੁਰੂ ਘਰ ਵਾਸਤੇ ਘਾਤਕ ਸਾਬਤ ਹੁੰਦੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਸ ਲਾਹੌਰ ਇੱਕ ਬੜਾ ਵੱਡਾ ਅੰਗਰੇਜ਼ ਅਫਸਰ ਆਇਆ ਤੇ ਮਹਾਰਾਜਾ ਸਾਹਿਬ ਨੇ ਆਖਿਆ ਵੀ ਚੱਲ ਤੈਨੂੰ ਕਿਲ੍ਹਾ ਵਿਖਾ ਲਿਆਵਾਂ ਅੰਦਰ। ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਪੰਥ ਦੇ 6ਵੇਂ ਜਥੇਦਾਰ, ਉਹਨਾਂ ਨੇ ਉਸੇ ਵੇਲੇ ਉਸ ਅੰਗਰੇਜ਼ ਨੂੰ ਰੋਕ ਦਿੱਤਾ ਬਾਹਰ ਹੀ। ਆਖਿਆ ਰਾਜਾ ਰਣਜੀਤ ਸਿੰਘ ਇਹਨੂੰ ਤੂੰ ਅੰਦਰ ਨਹੀਂ ਲਿਜਾ ਸਕਦਾ, ਇਹਨੂੰ ਅੰਦਰ ਨਹੀਂ ਲਿਜਾ ਸਕਦਾ।
ਰਣਜੀਤ ਸਿੰਘ ਨੇ ਜਥੇਦਾਰ ਸਾਹਿਬ ਅੱਗੇ ਹੱਥ ਜੋੜੇ, ਮਹਾਰਾਜ ਸਤ ਬਚਨ ਜੈਸਾ ਆਪ ਜੀ ਦਾ ਹੁਕਮ। ਉਹ ਜਿਹੜਾ ਅੰਗਰੇਜ਼ ਅਫਸਰ ਸੀ ਉਹ ਬੜਾ ਹੈਰਾਨ ਹੋਇਆ, ਕਹਿੰਦਾ ਵੀ ਤੂੰ ਰਾਜਾ ਹੈ, ਬਾਦਸ਼ਾਹ ਹੈ, ਵੀ ਇਹ ਤਾਂ ਮਸਤਾਨੀਆਂ ਦੀਵਾਨੀਆਂ ਫੌਜਾਂ ਇੱਥੇ ਬਾਹਰ ਫਿਰਦੀਆਂ ਨੇ, ਵੀ ਤੂੰ ਇਹਨਾਂ ਦੇ ਆਖੇ ਲੱਗਦਾ। ਕਹਿਣ ਲੱਗਾ ਜਿਹੜੀਆਂ ਇਹ ਫੌਜਾਂ ਤੈਨੂੰ ਮਸਤਾਨੀਆਂ ਦੀਵਾਨੀਆਂ ਦਿਸਦੀਆਂ, ਇਹਨਾਂ ਦੀ ਕਿਰਪਾ ਕਰਕੇ ਮੈਨੂੰ ਰਾਜ ਪ੍ਰਾਪਤ ਹੋਇਆ। ਇਹ ਪੰਥ ਹੈ ਗੁਰੂ ਕਾ, ਤੇ ਮੈਂ ਇਹਨਾਂ ਦੇ ਤਾਬਿਆਂ ਹਾਂ। ਮੈਂ ਇਹਨਾਂ ਦਾ ਬਾਦਸ਼ਾਹ ਹੋ ਕੇ ਰਾਜ ਨਹੀਂ ਕਰਦਾ, ਮੈਂ ਇਹਨਾਂ ਦਾ ਚਾਕਰ ਤੇ ਸੇਵਕ ਬਣ ਕੇ ਰਾਜ ਕਰਦਾ, ਕਿ ਮੈਂ ਇਹਨਾਂ ਦਾ ਚਾਕਰ ਹਾਂ, ਸੇਵਾਦਾਰ ਹਾਂ, ਇਹ ਸਮਝ ਕੇ ਰਾਜ ਕਰਦਾ। ਅੰਗਰੇਜ਼ ਅਫਸਰ ਚਲਾ ਗਿਆ। ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਨੇ ਸੋਚਿਆ ਵੀ ਕਿਤੇ ਰਣਜੀਤ ਸਿੰਘ ਮਨ 'ਚ ਗੁੱਸਾ ਕਰ ਗਿਆ ਹੋਵੇ ਵੀ ਮੇਰੀ ਉਸ ਅਫਸਰ ਦੇ ਸਾਹਮਣੇ ਤੁਹੀਨ ਹੋਈ। ਅਕਾਲੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਲ ਬੁਲਾ ਕੇ ਬਚਨ ਕੀਤਾ, ਰਣਜੀਤ ਸਿੰਘ, ਇਹਨਾਂ ਨਾਲ ਆਪਣਾ ਵਿਰੋਧ ਹੈ। ਇਹ ਅੰਗਰੇਜ਼ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦੇ ਆ, ਕਾਬਜ ਹੋਣਾ ਚਾਹੁੰਦੇ ਆ, ਰਾਜ ਖੋਣਾ ਚਾਹੁੰਦੇ। ਹਿੰਦੁਸਤਾਨ 'ਤੇ ਇਹਨਾਂ ਦਾ ਕਬਜ਼ਾ ਹੋ ਚੁੱਕਾ। ਦਿੱਲੀ ਦਾ ਬਾਦਸ਼ਾਹ ਨਾਮ ਮਾਤਰ ਹੀ ਆ, ਰਾਜ ਇਹੀ ਕਰ ਰਹੇ ਨੇ। ਤੇ ਜਦੋਂ ਇਹ ਤੇਰੇ ਅੰਦਰ ਕਿਲੇ 'ਚ ਜਾਣਗੇ, ਇਹ ਜਾ ਕੇ ਸਾਰੀਆਂ ਕਿਲੇ ਦੀਆਂ ਬਰੀਕੀਆਂ ਨੂੰ ਵੇਖਣਗੇ, ਅੰਦਰ ਫੌਜਾਂ ਵੇਖਣਗੇ, ਸਾਰਾ ਪ੍ਰਬੰਧ ਵੇਖਣਗੇ, ਭੇਤ ਵੇਖ ਕੇ ਜਾ ਕੇ ਦੁਸ਼ਮਣ ਆਪਣੀ ਫੌਜ ਤਿਆਰ ਕਰਕੇ ਤੁਹਾਡੇ 'ਤੇ ਲਿਆਉਣਗੇ, ਅੰਦਰੋਂ ਭੇਤ ਲੈ ਕੇ ਜਾਣਗੇ। ਇਹਨਾਂ ਨਾਲ ਜਿਹੜੀ ਮੁਲਾਕਾਤ ਕਰਨੀ ਆ ਉਹ ਕਿਲੇ ਤੋਂ ਬਾਹਰ ਹੀ ਕਰਨੀ, ਅੰਦਰ ਨਹੀਂ ਕਰਨੀ। ਇਹ ਨੀਤੀ ਸੀ। ਕਲਗੀਧਰ ਜੀ ਜੋ ਇੱਥੇ ਕਹਿ ਰਹੇ ਨੇ ਨਾ ਵੀ ਇਹਨਾਂ ਮਲੇਛਾਂ ਨਾਲ ਜਾਂ ਜਿਹੜੇ ਆ ਪਹਾੜੀਏ ਇਹਨਾਂ ਨਾਲ ਯਾਰੀ ਨਹੀਂ ਪਾਉਣੀ, ਇਹਨਾਂ ਨਾਲ ਮਿੱਤਰਤਾ ਨਹੀਂ ਪਾਉਣੀ। ਹੁਣ ਕੋਈ ਸ਼ੰਕਾ ਕਰ ਸਕਦਾ ਵੀ ਗੁਰੂ ਸਾਹਿਬ ਸਾਨੂੰ ਈਰਖਾ ਰੱਖਣੀ ਸਿਖਾ ਰਹੇ ਨੇ। ਨਹੀਂ, ਇਹ ਨੀਤੀ ਸਿਖਾ ਰਹੇ ਨੇ, ਕਿਉਂਕਿ ਉਸ ਵੇਲੇ ਉਹਨਾਂ ਮੁਗਲਾਂ ਨਾਲ ਤੇ ਪਹਾੜੀਆਂ ਨਾਲ ਜੰਗ ਚੱਲ ਰਿਹਾ, ਵਿਰੋਧ ਚੱਲ ਰਿਹਾ। ਉਹ ਵਿਰੋਧੀ ਬਣ ਕੇ ਹਮਲਾਵਰ ਹੋ ਕੇ ਆਉਂਦੇ ਨੇ। ਅਗਰ ਉਹਨਾਂ ਨਾਲ ਮਿੱਤਰਤਾ ਪਾਏਗਾ ਕੋਈ ਸਿੱਖ, ਉਹ ਬਹਾਨੇ ਨਾਲ ਮਿੱਤਰਤਾ ਦੇ ਵਿੱਚ ਜਦੋਂ ਕਿਸੇ ਨਾਲ ਮਿੱਤਰਾਨਾ ਪੈ ਜਾਂਦਾ, ਮਿੱਤਰਤਾ ਪੈ ਜਾਂਦੀ, ਤੇ ਸੁਭਾਵਕ ਹੈ ਫਿਰ ਉਹ ਭੇਤ ਦੀਆਂ ਗੱਲਾਂ ਜਿਹੜੀਆਂ ਨੇ ਪੁੱਛਣੀਆਂ ਸ਼ੁਰੂ ਕਰ ਦਿੰਦੇ ਆ ਪ੍ਰੇਮ ਨਾਲ। ਜਿਹੜੀ ਗੱਲ ਕਿਸੇ ਜ਼ੋਰ ਜ਼ੁਲਮ ਨਾਲ ਨਹੀਂ ਕਹਾਈ ਜਾ ਸਕਦੀ ਕਿਸੇ ਕੋਲੋਂ, ਉਹ ਪ੍ਰੇਮ ਭਾਵ ਨਾਲ ਉਹਦਾ ਵਿਸ਼ਵਾਸ ਜਿੱਤ ਕੇ ਉਹਦੇ ਮਨੋਂ ਕਹਾਈ ਜਾ ਸਕਦੀ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਸੁਚੇਤ ਕਰ ਰਹੇ ਨੇ ਵੀ ਹਾਂ, ਮਿਲੋ ਵਰਤੋ ਜ਼ਰੂਰ ਇਹਨਾਂ ਨਾਲ, ਪਰ ਇਹਨਾਂ ਨਾਲ ਸਖਾਪਨ ਨਹੀਂ ਹੋਣਾ ਚਾਹੀਦਾ। ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ, ਆਪਣੀ ਰੋਟੀ ਦੀ ਵੀ ਔਰ ਬੇਟੀ ਦੀ ਵੀ ਕੋਈ ਸਾਂਝ ਨਹੀਂ ਇਹਨਾਂ ਦੇ ਨਾਲ। ਰੋਟੀ ਦੀ ਇਸ ਕਰਕੇ ਨਹੀਂ ਕਰਨੀ, ਜਦੋਂ ਮਿੱਤਰਤਾ ਬਣਾ ਕੇ ਭੋਜਨ ਛਕਾਣ ਤੁਹਾਨੂੰ ਵੀ ਆਓ ਭੋਜਨ ਛਕਾਈਏ, ਵਿੱਚ ਜ਼ਹਿਰ ਪਾ ਕੇ ਦੇ ਦੇਣ। ਦੁਸ਼ਮਣ ਹੈ, ਉਤੋਂ ਮਿੱਤਰਾਨਾ ਸੁਭਾਅ ਰੱਖ ਕੇ ਵਿੱਚ ਬਿੱਖ ਪਾ ਕੇ ਦੇ ਦੇਣ, ਜ਼ਹਿਰ ਪਾ ਕੇ ਦੇ ਦੇਣ, ਨਸ਼ਾ ਪਾ ਕੇ ਦੇ ਦੇਣ। ਇਸ ਕਰਕੇ ਪੁਰਾਤਨ ਸਮਿਆਂ ਵਿੱਚ ਵਿਵੇਕ ਦੇ ਲੰਗਰ ਦੀ ਮਰਿਆਦਾ ਗੁਰੂ ਸਾਹਿਬ ਨੇ ਚਲਾਈ ਸੀ ਕਿ ਲੰਗਰ ਜਿਹੜਾ ਭੋਜਨ ਆ ਉਹ ਵਿਵੇਕ ਦਾ ਤਿਆਰ ਹੋਵੇ। ਆਪ ਅੰਮ੍ਰਿਤਧਾਰੀ ਸਿੰਘ ਜਿਹੜੇ ਵਿਸ਼ਵਾਸ ਪਾਤਰ, ਉਹ ਭੋਜਨ ਤਿਆਰ ਕਰਕੇ ਸਿੱਖਾਂ ਨੂੰ ਛਕਾਉਣ। ਉਹ ਵਿਵੇਕ ਦੀ ਮਰਿਆਦਾ ਹਾਲੇ ਵੀ ਬਹੁਤ ਸਾਰੀਆਂ ਸਿੱਖਾਂ ਦੀਆਂ ਜਥੇਬੰਦੀਆਂ ਵਿੱਚ ਪ੍ਰਚਲਿਤ ਹੈ। ਹੁਣ ਵੀ ਗੁਰੂ ਘਰਾਂ ਦੇ ਵਿੱਚ ਜਿਹੜੇ ਲੰਗਰ ਨੇ, ਜਿੱਥੇ ਲੰਗਰ ਪੱਕਦਾ ਹੈ, ਵਰਤਾਉਣ ਵੇਲੇ ਭਾਵੇਂ ਆਮ ਸੰਗਤ ਵਿੱਚੋਂ ਸਾਰੇ ਸੇਵਾ ਕਰ ਲੈਂਦੇ, ਕਰ ਸਕਦੇ ਨੇ, ਪਰ ਜਿੱਥੇ ਲੰਗਰ ਪੱਕਦਾ ਹੈ ਉੱਥੇ ਕੇਵਲ ਉਹਨਾਂ ਸੇਵਾਦਾਰਾਂ ਨੂੰ ਹੀ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਜਿਹੜੇ ਪਹਿਚਾਣ ਵਾਲੇ ਹੋਣ, ਰੋਜ਼ ਗੁਰੂ ਘਰ ਜਿਨ੍ਹਾਂ ਦਾ ਆਉਣਾ ਜਾਣਾ ਹੋਵੇ, ਪਤਾ ਹੋਵੇ ਵੀ ਇਹ ਗੁਰੂ ਘਰ ਦੇ ਸੇਵਾਦਾਰ। ਬਿਲਕੁਲ ਇਹ ਕਿਸੇ ਅਣਪਛਾਤੇ ਬੰਦੇ ਨੂੰ ਲੰਗਰ ਵਿੱਚ ਲੈ ਆਓ, ਕਿਸੇ ਪ੍ਰਕਾਰ ਦੀ ਕੋਈ ਕਾਰਸਤਾਨੀ ਕਰ ਜਾਏ। ਐਸਾ ਹੋਇਆ ਵੀ ਹੈ ਪਿੱਛੇ ਕੁਝ ਸਮਾਂ ਪਹਿਲਾਂ, ਪ੍ਰਸ਼ਾਦੇ ਵਿੱਚ ਭੋਜਨ ਵਿੱਚ ਆ ਕੇ ਜ਼ਹਿਰ ਮਿਲਾ ਕੇ ਦੇ ਦਿੱਤਾ ਜਾਂਦਾ ਸੀ। ਇਸੇ ਕਰਕੇ ਬਕਾਇਦਾ ਗੁਰੂ ਘਰਾਂ ਵਿੱਚ ਹਦਾਇਤ ਲਿਖ ਕੇ ਲਾ ਦਿੱਤੀ ਜਾਂਦੀ ਹੈ ਕਿ ਕੇਵਲ ਪ੍ਰਸ਼ਾਦ ਜਿਹੜਾ ਲੈਣਾ, ਚਾਹੇ ਕੜਾਹ ਪ੍ਰਸ਼ਾਦ ਦੀ ਦੇਗ ਹੈ, ਜੋ ਗੁਰੂ ਘਰ ਦੇ ਵਿੱਚੋਂ ਸੇਵਾਦਾਰ ਦੇ ਰਹੇ ਨੇ ਉਹਨਾਂ ਕੋਲੋਂ ਪ੍ਰਾਪਤ ਕਰਨਾ। ਕਈ ਸਾਲ ਹੋ ਗਏ, ਉਦੋਂ ਛੋਟੇ ਸੀ ਅਸੀਂ, ਅੰਬਾਲੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਇੱਕ ਸਕੂਲ ਹੈ ਨਾਲ, ਉੱਥੇ ਕੋਈ ਬਾਹਰੋਂ ਲੱਡੂ ਆਇਆ, ਉਹ ਲੱਡੂਆਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਇਹੋ ਜਿਹੀ ਜ਼ਹਿਰੀਲੀ ਚੀਜ਼ ਮਿਲਾ ਕੇ ਲਿਆਇਆ, ਉੱਥੇ ਬੱਚਿਆਂ ਨੂੰ ਵੰਡ ਗਿਆ, ਸਕੂਲ ਦੇ ਬੱਚਿਆਂ ਨੂੰ। ਉਹ ਕਈ ਬੱਚੇ, ਕਈ ਸਾਲ, ਮੇਰੇ ਖਿਆਲ ਹੈ 1995-96 ਦੀ ਬਾਤ ਹੋਵੇਗੀ। ਤੋ ਕਹਿਣ ਤੋਂ ਭਾਵ ਗੁਰੂ ਸਾਹਿਬ ਸਾਨੂੰ ਬਾਰ-ਬਾਰ ਇੱਦਾਂ ਸੁਚੇਤ ਕਰ ਰਹੇ ਨੇ, ਸਾਵਧਾਨ ਕਰ ਰਹੇ।
ਇਹਦੇ ਵਿੱਚ ਕਿਸੇ ਨੂੰ ਆਪਣੇ ਮਨ 'ਚ ਇਤਰਾਜ਼ ਨਹੀਂ ਰੱਖਣਾ ਚਾਹੀਦਾ ਕਿ ਜੀ ਸਾਡੇ ਨਾਲ ਇੱਦਾਂ ਨਹੀਂ, ਕੋਈ ਵੀ ਆ ਸਕਦਾ ਹੈ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਦੱਸ ਰਹੇ ਨੇ ਇਹ ਸਾਰੀਆਂ ਸਾਵਧਾਨੀਆਂ, ਕਿਉਂਕਿ ਇਹ ਨੀਤੀ ਹੈ ਕਿ ਲੰਗਰ ਦੇ ਵਿੱਚ ਕੇਵਲ ਰਹਿਤ ਬਹਿਤ ਜਿਹੜਾ ਪੱਕਾ ਸਿੱਖ ਹੈ ਉਹੀ ਪਕਾਵੇ। ਵਰਤਾਣ ਵੇਲੇ ਜਿਹੜੇ ਵਰਤਾਵੇ ਨੇ ਉਹ ਉੱਥੇ ਸੇਵਾ ਕਰ ਰਹੇ ਨੇ, ਜਿਹੜੇ ਗੁਰੂ ਘਰ ਦੇ ਸੇਵਾਦਾਰ ਹੋਣ ਉਹ ਵਰਤਾਣ, ਜਾਂ ਹੋਰ ਜਿਹੜੀ ਸੰਗਤ ਦੇ ਵਿੱਚੋਂ ਵਰਤਾਣ ਵੇਲੇ ਕੋਈ ਵੀ ਆ ਸਕਦਾ, ਪਰ ਬਣਾਉਣ ਦੇ ਸਮੇਂ ਜੋ ਵਿੱਚ ਕਿਸੇ ਪ੍ਰਕਾਰ ਦੀ ਕੋਈ ਸ਼ਰਾਰਤ ਨਾ ਕਰੇ। ਇਸ ਕਰਕੇ ਗੁਰਦੇਵ ਨੇ ਵਿਵੇਕ ਦੇ ਲੰਗਰ ਦੀ ਮਰਿਆਦਾ ਚਲਾਈ, ਔਰ ਇਹ ਵੀ ਕਹਿ ਦਿੱਤਾ ਵੀ ਨਾ ਮਲੇਛਾਂ ਦੇ ਕੋਲੋਂ ਭੋਜਨ ਗ੍ਰਹਿਣ ਨਹੀਂ ਕਰਨਾ। ਜੰਗਾਂ ਯੁੱਧਾਂ ਦੇ ਵੇਲੇ ਸਿੰਘ ਜਿੱਥੇ ਇਹਨਾਂ ਦਾ ਲੰਗਰ ਪੱਕਦਾ ਸੀ ਉੱਥੋਂ ਕਈ ਵਾਰੀ ਸ਼ੇਰ ਪੰਜਾ ਮਾਰ ਕੇ ਲੈ ਵੀ ਆਉਂਦੇ ਸਨ, ਪਰ ਉਹਨਾਂ ਦਾ ਜਿਹੜਾ ਇਹ ਨਹੀਂ ਵੀ ਉਹ ਬਣਾ ਕੇ ਦੇਣ, ਉਹ ਨਹੀਂ, ਜਿਹੜਾ ਉਹਨਾਂ ਦਾ ਆਪਣੇ ਖਾਣ ਲਈ ਬਣਿਆ ਹੁੰਦਾ ਸੀ ਲੁੱਟਮਾਰ ਕਰਕੇ ਲਿਆਉਂਦੇ ਸਨ, ਕਿਉਂਕਿ ਜਦੋਂ ਆਪਣੇ ਕੋਲ ਲੰਗਰ ਨਹੀਂ ਸੀ ਹੁੰਦਾ। ਫਿਰ ਉਹ ਛਕਣ ਵੇਲੇ ਜਦੋਂ ਛਕਦੇ ਸਨ ਕਿਰਪਾਨ ਭੇਟ ਕਰਕੇ, ਪ੍ਰੇਮ ਸਮਾਰਗ ਗ੍ਰੰਥ ਦੇ ਵਿੱਚ ਇਹ ਬਕਾਇਦਾ ਮਰਿਆਦਾ ਲਿਖੀ ਹੈ ਕਿ ਕਿਰਪਾਨ ਭੇਟ ਕਰਕੇ ਕਹੇ ਸ੍ਰੀ ਭਗਉਤੀ ਜੀ ਇਸ ਨੂੰ ਪਵਿੱਤਰ ਕਰੋ, ਇੱਦਾਂ ਲਿਖਿਆ ਬਚਨ। ਸ਼੍ਰੀ ਭਗਉਤ, ਕਿਉਂ ਕਿਰਪਾਨ ਨੂੰ ਭਗਉਤੀ ਕਹਿੰਦੇ ਨੇ, ਸ਼੍ਰੀ ਭਗਉਤੀ ਜੀ ਇਸ ਨੂੰ ਪਵਿੱਤਰ ਕਰੋ, ਇੱਦਾਂ ਕਹਿੰਦੇ। 3 ਵਾਰ ਉਹਦੇ ਵਿੱਚ ਉਹ ਕਿਰਪਾਨ ਫੇਰੇ, ਫਿਰ ਉਸ ਨੂੰ ਛਕੇ। ਜੇ ਕਿਤੇ ਲੋੜ ਪੈ ਜੇ ਛਕਣ ਦੀ ਤਾਂ ਮਾਛੀਵਾੜੇ ਜਦੋਂ ਮਹਾਰਾਜ ਜੀ ਨਿਕਲੇ ਨੇ ਉੱਚ ਦੇ ਪੀਰ ਬਣ ਕੇ, ਰਸਤੇ ਵਿੱਚ ਬਕਾਇਦਾ ਕੁਝ ਮੁਸਲਮਾਨ ਸਿਪਾਹੀਆਂ ਨੇ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਵੀ ਤੁਸੀਂ ਸਾਡੇ ਕੋਲੋਂ ਭੋਜਨ ਛਕੋ। ਕਲਗੀਧਰ ਜੀ ਨੇ ਬਚਨ ਕੀਤਾ ਕਿ ਉਹਨਾਂ ਭਾਈ ਦਇਆ ਸਿੰਘ ਹੋਣਾ ਵੀ ਸਾਡੇ ਉੱਚ ਦੇ ਪੀਰ ਦੇ ਤਾਂ ਰੋਜ਼ੇ ਚੱਲ ਰਹੇ ਨੇ, ਉਹ ਭੋਜਨ ਨਹੀਂ ਛਕਦੇ, ਪਰ ਭਾਈ ਦਇਆ ਸਿੰਘ ਹੋਣਾ ਨੂੰ ਛਕਣ ਜਾਣਾ ਪਿਆ। ਮਹਾਰਾਜ ਹੁਣ ਅਸੀਂ ਕੀ ਕਰੀਏ? ਪਾਤਸ਼ਾਹ ਨੇ ਆਖਿਆ ਕਿਰਪਾਨ ਭੇਟ ਕਰਕੇ ਛਕਿਓ, ਪਵਿੱਤਰ ਹੋ ਜਾਏਗਾ। ਤੇ ਉੱਥੋਂ ਥੋੜਾ ਜਿਹਾ ਪ੍ਰਸ਼ਾਦ ਬੰਨ੍ਹ ਕੇ ਲੈ ਆਇਓ ਜੇ ਪੱਲੇ 'ਚ। ਭਾਈ ਦਇਆ ਸਿੰਘ ਹੋਣਾ ਨੇ ਕਿਰਪਾਨ ਭੇਟ ਕੇ ਛਕ ਤਾਂ ਲਿਆ, ਪਰ ਮਨ 'ਚ ਸੰਦੇਹ ਆਇਆ ਵੀ ਮੁਸਲਮਾਨਾਂ ਨੇ, ਤੁਰਕਾਂ ਨੇ ਬਣਾਇਆ ਸੀ ਤੇ ਗੁਰੂ ਸਾਹਿਬ ਨੇ ਆਪ ਤਾਂ ਛਕਿਆ ਨਹੀਂ, ਸਾਨੂੰ ਛਕਣ ਨੂੰ ਕਹਿ ਦਿੱਤਾ। ਉਹ ਕਿਰਪਾਨ ਭੇਟ ਕਰਕੇ ਥੋੜਾ ਜਿਹਾ ਬੰਨ੍ਹ ਕੇ ਲਿਆਏ ਤੇ ਰਸਤੇ ਵਿੱਚ ਮਹਾਰਾਜ ਜੀ ਨੇ ਆਖਿਆ ਜੋ ਤੁਸੀਂ ਲਿਆਏ ਹੋ ਖੋਲੋ। ਜਦੋਂ ਤੇ ਕੀ ਵੇਖਿਆ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ। ਮਹਾਰਾਜ ਕਹਿੰਦੇ ਆਹ ਛਕਿਆ ਤੁਸੀਂ, ਉੱਥੇ ਸੰਸਾ ਨਾ ਕਰੋ। ਉਹਨਾਂ ਨੂੰ ਦਿਸ ਰਿਹਾ ਸੀ ਵੀ ਜੋ ਉਹਨਾਂ ਨੇ ਬਣਾਇਆ ਉਹ ਛਕ ਰਹੇ ਹੋ, ਪਰ ਤੁਸੀਂ ਇਹ ਗੁਰੂ ਕੀ ਦੇਗ ਛਕ ਕੇ ਆਏ ਹੋ, ਕਿਉਂਕਿ ਵਿੱਚ ਸ਼੍ਰੀ ਸਾਹਿਬ ਭੇਟ ਹੋ ਗਏ। ਕਈ ਵਾਰੀ ਐਸੀ ਸਮੱਸਿਆ ਵੀ ਬਣ ਆਉਂਦੀ ਹੈ, ਉਹਦੀਆਂ ਵੀ ਮਰਿਆਦਾਵਾਂ ਜਿਹੜੀਆਂ ਨੇ ਉਹ ਸਾਨੂੰ ਸਾਡੇ ਧਰਮ ਗ੍ਰੰਥਾਂ ਵਿੱਚ, ਪੁਰਾਤਨ ਪੁਸਤਕਾਂ ਵਿੱਚ, ਇਤਿਹਾਸ ਦੀਆਂ ਪੁਸਤਕਾਂ ਵਿੱਚ ਮਿਲਦਾ। ਗੁਰੂ ਪਾਤਸ਼ਾਹ ਇਸੇ ਦੱਸ ਰਹੇ ਨੇ ਕਿ ਭਾਈ ਨਾ ਤੁਰਕਾਂ ਨਾਲ ਜਾਂ ਇਹਨਾਂ ਪਹਾੜੀਆਂ ਨਾਲ ਸਖਾਪਨ ਨਹੀਂ ਪਾ ਕੇ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਸਭ ਸਿੱਖਨ ਕੋ ਖਰਚ ਵਿਸਾਲਾ। ਮਹਾਰਾਜ ਜੀ ਨੇ ਆਖਿਆ ਸਭ ਸਿੱਖਾਂ ਦਾ ਵੱਡਾ ਭਾਰੀ ਖਰਚ ਹੈ। ਦਹਿ ਗੁਰੂ ਸਰਬ ਥਾ ਕਾਲਾ। ਲਾਂਗਰੀ ਨੂੰ ਕਹਿ ਦਿੱਤਾ, ਆਖਿਆ ਜੇ ਤੈਨੂੰ ਏਦਾਂ ਲੱਗਦਾ ਨਾ ਵੀ ਬੜਾ ਖਰਚ ਹੈ ਗੁਰੂ ਕਾ, ਇਹ ਸਿੱਖਾਂ ਦਾ ਵੀ ਪ੍ਰਸ਼ਾਦਾ ਲੰਗਰ ਵੱਧ ਤਿਆਰ ਹੁੰਦਾ, ਸਬਜ਼ੀ ਭਾਜੀ ਵੱਧ ਲੱਗਦੀ ਹੈ, ਵੀ ਤੂੰ ਤਾਂ ਸੰਕੋਚ ਕਰਦਾ। ਮਹਾਰਾਜ ਜੀ ਕਹਿੰਦੇ ਲਾਂਗਰੀ ਜੀ ਇਹ ਗੁਰੂ ਕਾ ਲੰਗਰ ਹੈ, ਇਹ ਸਮਝੋ ਖਰਚ ਭਾਵੇਂ ਬਹੁਤ ਹੈ ਲੰਗਰ ਦਾ, ਪਰ ਇਹ ਸਮਝੋ ਵੀ ਗੁਰੂ ਦੇਵੇਗਾ। ਇਹ ਉਹ ਲੰਗਰ ਹੈ ਕਿ ਸ਼ਾਮ ਨੂੰ ਭਾਂਡੇ ਮੂਧੇ ਮਾਰ ਕੇ ਰੱਖ ਦਿੰਦੇ ਤੀਸਰੇ ਪਾਤਸ਼ਾਹ, ਅਗਲੇ ਦਿਨ ਲਈ ਇੱਕ ਦਾਣੇ ਵੀ ਕਣਕ ਦਾ ਜਾਂ ਆਟੇ ਦਾ ਜਾਂ ਕਿਸੇ ਹੋਰ ਅਨਾਜ ਦਾ ਨਹੀਂ ਰੱਖਦੇ ਵੀ ਕੱਲ ਸਵੇਰ ਹੋਵੇਗੀ ਪਰਮੇਸ਼ਰ ਹੋਰ ਦੇਵੇਗਾ। ਇੱਥੇ ਭਰੋਸਾ ਸਿਖਾਇਆ ਸਾਡੇ ਵੱਡਿਆਂ ਨੇ ਸਾਨੂੰ, ਲਾਂਗਰੀ ਜੀ ਆਪਣੇ ਮਨ 'ਚ ਇੱਦਾਂ ਦਾ ਸੰਸਾ ਨਾ ਕਰੋ ਵੀ ਲੰਗਰ ਦਾ ਬੜਾ ਖਰਚ ਹੁੰਦਾ ਤੇ ਮੈਂ ਇਹ ਹੱਥ ਘੁੱਟ ਲਵਾਂਗਾ, ਥੋੜਾ ਦਿਆਂਗਾ ਖਾਣ ਨੂੰ ਤੇ ਖਰਚ ਘਟੇਗਾ। ਐਸੀ ਬਿਰਤੀ, ਜਿੰਨਾ ਵੱਧ ਖਰਚੋਗੇ ਓਨਾ ਹੀ ਵੱਧ ਆਵੇਗਾ ਪਿੱਛੋਂ, ਕਿਉਂਕਿ ਇਹ ਗੁਰੂ ਪਾਤਸ਼ਾਹ ਜੀ ਦਾ ਲੰਗਰ ਹੈ। ਕਈ ਕਹਿੰਦੇ ਆ ਐ ਖੁਦਾ ਮੇਰਾ ਖਰਚਾ ਬੜਾ, ਜਿਹੜੇ ਦਾਨੀ ਨੇ ਨਾ ਉਹ ਕਹਿੰਦੇ ਐ ਖੁਦਾ ਮੇਰਾ ਖਰਚਾ ਬੜਾ। ਉਹ ਖਰਚਾ ਬੜਾ ਦਾ ਮਤਲਬ ਵੀ ਮੈਂ ਵੱਧ ਖਰਚਾਂ, ਤੇ ਜੇ ਵੱਧ ਖਰਚਾਂਗਾ ਤਾਂ ਜੇ ਵੱਧ ਆਵੇਗਾ ਪਿੱਛੋਂ।
ਦੋਵੇਂ ਬਿਰਤੀਆਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਿੱਖੋ, ਲਾਂਗਰੀ ਸਿੰਘ ਜੀ ਇਹ ਮਨ ਚੋਂ ਸੰਸਾ ਕੱਢ ਦਿਓ ਕਿ ਖਰਚ ਵੱਧ ਹੋਵੇਗਾ ਲੰਗਰ ਦਾ ਜੇ ਮੈਂ ਸੰਕੋਚ ਕੇ ਚੱਲਾਂਗਾ, ਹੱਥ ਘੁੱਟ ਕੇ। ਜਿੰਨੀ ਲੋੜ ਹੈ ਉਹਨਾਂ ਤਾਂ ਦੇਣਾ ਹੈ ਨਾ। ਚਲੋ ਇਹ ਨਹੀਂ ਵੀ ਬਣਾ ਕੇ ਤੁਸੀਂ ਰੋੜੀ ਜਾਓ, ਐਸਾ ਨਹੀਂ ਹੈ ਵੀ ਵੱਧ ਬਣਾ ਲਓ ਲੋੜ ਤੋਂ, ਪਰ ਜਿੰਨੀ ਲੋੜ ਹੈ ਉਹਨਾਂ ਤਾਂ ਬਣਾਇਆ ਕਰੋ। ਜੇ ਕੋਈ ਦੂਜੀ ਵਾਰ ਮੰਗਦਾ ਹੈ ਤੇ ਤੁਸੀਂ ਅੱਗੋਂ ਬੋਲਦੇ ਨਹੀਂ ਲਾਂਗਰੀ ਜੀ, ਇਹ ਗੱਲ ਚੰਗੀ ਤਾਂ ਨਹੀਂ ਤੁਹਾਡੇ ਲਈ। ਲਾਂਗਰੀ ਮਾਂ ਹੁੰਦੀ ਹੈ ਇੱਕ ਪ੍ਰਕਾਰ ਦੀ, ਤੇ ਜੇ ਮਾਂ ਹੀ ਆਪਣੇ ਬੱਚੇ ਨੂੰ ਪ੍ਰਸ਼ਾਦਾ ਦੇਣ ਵੇਲੇ ਮਨ 'ਚ ਸੰਕੋਚ ਕਰੀ ਜਾਵੇ ਤੇ ਕੀ ਬਣੇਗਾ ਬੱਚੇ ਦਾ। ਇਸ ਕਰਕੇ ਲਾਂਗਰੀ ਜੀ ਇਹ ਬਿਰਤੀ ਆਪਣੇ ਹਿਰਦੇ 'ਚੋਂ ਕੰਜੂਸੀ ਦੀ ਤਿਆਗ ਦਿਓ। ਛਤਰੀ ਆਦ ਬਰਨ 84, ਛਤਰੀ ਆਦਿਕ ਜਿਹੜੇ 4 ਵਰਣ ਹਨ, ਆਸ਼ਰਮ 4 ਆਦ ਸੰਨਿਆਸੀ। 4 ਆਸ਼ਰਮ ਨੇ, ਬਾਨਪ੍ਰਸਥ ਹੈ, ਗ੍ਰਸਥ ਹੈ, ਸੰਨਿਆਸੀ ਹੈ, ਬ੍ਰਹਮਚਰਜ ਹੈ। ਇਹ ਜਿਹੜੇ 4 ਆਸ਼ਰਮ ਹਨ, ਸਕਲ ਅਧੀਨ ਪੰਥ ਕੇ ਕਰੇ। ਇਹ ਸਾਰੇ ਮੈਂ ਪੰਥ ਦੇ ਅਧੀਨ ਕਰ ਦਿੱਤੇ ਆ। ਇਹ ਸਾਰੇ ਖਾਲਸੇ ਪੰਥ ਦੇ ਅਧੀਨ ਨੇ, ਪੰਥ ਦੇ ਤਾਬਿਆਂ ਮੈਂ ਕੀਤੇ ਹਨ। ਸੋ ਸਭ ਪੰਥ ਸ਼ਬਦ ਅਨੁਸਰੇ। ਤੇ ਕਹਿੰਦੇ ਜਿਹੜਾ ਪੰਥ ਹੈ ਉਹ ਗੁਰੂ ਦੇ ਸ਼ਬਦ ਦੇ ਅਨੁਸਾਰ ਹੀ ਹੈ। 4 ਵਰਣ 4 ਆਸ਼ਰਮ ਪੰਥ ਦੇ ਅਧੀਨ ਕੀਤੇ ਨੇ। ਤੇ ਪੰਥ ਨੂੰ ਕਿਹਦੇ ਅਧੀਨ ਕੀਤਾ? ਮਹਾਰਾਜ ਕਹਿੰਦੇ ਪੰਥ ਨੂੰ ਗੁਰਬਾਣੀ ਦੇ ਗੁਰ ਸ਼ਬਦ ਦੇ ਅਧੀਨ ਕੀਤਾ। ਪੰਥ ਗੁਰ ਸ਼ਬਦ ਦੀ ਰਹਿਨੁਮਾਈ ਨੂੰ ਮੰਨਦਾ ਹੈ ਤੇ ਗੁਰ ਸ਼ਬਦ ਅਕਾਲ ਹੈ, ਤੇ ਗੁਰ ਸ਼ਬਦ ਦੀ ਜਿਹੜੀ ਰਹਿਨੁਮਾਈ ਹੈ ਪੰਥ ਉਸ ਨੂੰ ਮੰਨਦਾ, ਉਸ ਨੂੰ ਕਬੂਲ ਕਰਦਾ ਹੈ। ਸੇਵਾ ਸਿੱਖਨ ਕੀ ਸਿੱਖ ਧਾਰੇ। ਸੇਵਾ ਕਰਨ ਸਿੱਖ, ਸਿੱਖ ਦੀ ਆਪਣੇ ਮਨ 'ਚ ਭਾਵਨਾ ਧਾਰਨ ਕਰਕੇ ਪ੍ਰੇਮ ਸਹਿਤ ਸਿੱਖ, ਸਿੱਖ ਦੀ ਸੇਵਾ ਕਰਨ। ਅਚੇ ਪ੍ਰਸ਼ਾਦ ਨ ਪਾਸੇ ਉਠਾਰੇ। ਔਰ ਭੋਜਨ ਛਕੇ, ਜਿਸ ਵੇਲੇ ਪ੍ਰਸ਼ਾਦਾ ਛਕੇ ਤੇ ਪ੍ਰਸ਼ਾਦਾ ਛਕਾਉਣ ਵੇਲੇ ਨੂੰ ਆਪਣੇ ਕੋਲੋਂ ਨਾ ਉਠਾਵੇ ਵੀ ਮੈਂ ਛਕਣ ਲੱਗਾ ਵੀ ਚੱਲ ਤੂੰ ਹੁਣ ਇੱਥੋਂ ਉੱਠ। ਜੇ ਆਪ ਛਕਣ ਲੱਗਾ ਪਹਿਲਾਂ ਉਹਨੂੰ ਛਕਾ। ਜਿਹੜਾ ਕੋਈ ਸਿੱਖ ਆ ਗਿਆ ਤੇਰੇ ਭੋਜਨ ਛਕਦਿਆਂ ਤੇ ਅਕਸਰ ਕਹਿੰਦੇ ਜੀ ਚੰਗਾ ਜੀ ਮੈਂ ਹੁਣ ਪ੍ਰਸ਼ਾਦਾ ਛਕ ਲਾਂ, ਤੁਸੀਂ ਜਾਓ। ਐਸਾ ਨਾ ਹੋਵੇ। ਜੇ ਕੋਈ ਆ ਗਿਆ ਸਿੱਖ, ਪੁੱਛ ਲਓ, ਜੇ ਉਹਨੇ ਛਕਣਾ ਉਹਨੂੰ ਛਕਾਓ ਪਹਿਲਾਂ, ਫਿਰ ਨਾਲ ਆਪ ਛਕ ਲਓ। ਜੇ ਉਹ ਕਹੇ ਵੀ ਮੈਂ ਛਕ ਕੇ ਆਇਆ ਹਾਂ, ਫਿਰ ਆਪ ਛਕ ਲਵੇ। ਤੋ ਇਸ ਪ੍ਰਕਾਰ ਨਾਲ ਭੋਜਨ ਛਕਣ ਵੇਲੇ ਆਪਣੇ ਕੋਲ ਬੈਠੇ ਨੂੰ ਕਿਸੇ ਨੂੰ ਉਠਾਵੇ ਨਾ, ਉਹਨੂੰ ਵੀ ਸਗੋਂ ਨਾਲ ਬਿਠਾ ਕੇ ਛਕਾਵੇ। ਹਾਂਜੀ। ਤ੍ਰਿਪਤੇ ਉਦਰ ਲੋਭ ਪੁੰਨ ਕਰੇ। ਤੇ ਫਿਰ ਜਿਹੜਾ ਛਕਣ ਵਾਲਾ, ਹੁਣ ਇੱਥੇ ਲਾਂਗਰੀ ਦੇ ਪੱਖ ਦੀ ਗੱਲ ਹੋ ਰਹੀ ਹੈ। ਪਹਿਲਾਂ ਲਾਂਗਰੀ ਨੂੰ ਕਹਿ ਦਿੱਤਾ, ਹੁਣ ਸਿੱਖਾਂ ਵੀ ਹੁਣ ਢਿੱਡ ਭਰ ਗਿਆ ਨੱਕੋ ਤੱਕ ਵੀ ਪ੍ਰਸ਼ਾਦਾ ਚੰਗੀ ਤਰ੍ਹਾਂ ਰੱਜ ਕੇ ਛਕ ਲਿਆ। ਮੁੜ ਕੇ ਹੋਰ ਲਾਲਚ ਕਰੀ ਜਾਵੇ ਵੀ ਚਲੋ ਹੋਰ ਖਾ ਲਈਏ, ਵੀ ਜਿਵੇਂ ਅਗਲੇ ਦਿਨ ਮਿਲਣਾ ਹੀ ਨਹੀਂ ਹੈ। ਵੀ ਪ੍ਰਸ਼ਾਦਾ ਤਾਂ ਓਨਾ ਹੀ ਛਕੇ ਨਾ ਜਿੰਨੀ ਸਰੀਰ ਨੂੰ ਕਈ ਵਾਰੀ ਲੋੜ ਤੋਂ ਵੱਧ ਸਵਾਦ ਬਣਿਆ ਹੁੰਦਾ, ਵੀ ਚਲੋ ਹੋਰ ਛਕ ਲਓ। ਉਹ 3 ਜਣਿਆਂ ਦਾ ਰਾਸ਼ਨ ਇਕੱਲਾ ਹੀ ਛਕ ਜੇ ਵੀ ਗੱਲ ਨਹੀਂ ਨਾ ਸਹੀ। ਮਹਾਰਾਜ ਜੀ ਕਹਿੰਦੇ ਰੱਜ ਜਾਏ, ਰੱਜਣ ਤੋਂ ਬਾਅਦ ਹੋਰ ਲਾਲਚ ਕਰੀ ਜੇ ਵੀ 2 ਜਿਹੜੀਆਂ ਨੇ ਖੀਸੇ 'ਚ ਵੀ ਬੰਨ੍ਹ ਲਵਾਂ। ਉਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨਾਲ ਜਦੋਂ ਜਾ ਰਹੇ ਸੀ, ਮਰਦਾਨਾ ਕਹਿੰਦਾ ਮਹਾਰਾਜ ਵੀ ਮੈਂ ਚੱਲਿਆ, ਵੀ ਮੈਨੂੰ ਬੜੀ ਭੁੱਖ ਡਾਢੀ ਲੱਗੀ, ਤੁਸੀਂ ਪਤਾ ਨਹੀਂ ਕਿੱਥੇ ਜੰਗਲ 'ਚ ਲਈ ਫਿਰਦੇ ਹੋ, ਕਦੋਂ ਨਗਰ ਆਵੇ, ਕਦੋਂ ਭੋਜਨ ਛਕਾਂ। ਮਹਾਰਾਜ ਕਹਿੰਦੇ ਹੌਸਲਾ ਕਰੋ। ਮਹਾਰਾਜ ਭੁੱਖਿਆਂ ਹੌਸਲਾ ਰਹਿੰਦਾ ਭਲਾ। ਉੱਥੇ ਹੀ ਅੱਕ ਦੀਆਂ ਖੱਖੜੀਆਂ ਜੀਆਂ ਹੁੰਦੀਆਂ ਅੰਬੀਆਂ, ਉਹ ਲੱਗੀਆਂ ਹੋਈਆਂ। ਮਹਾਰਾਜ ਕਹਿੰਦੇ ਆਹ ਛਕ ਲੈ, ਜਿੰਨੀਆਂ ਭੁੱਖ ਹੈ ਉਨੀਆਂ ਛਕ ਲਈ, ਨਾਲ ਨਾ ਬੰਨੀ ਲਾਲਚ ਕਰਕੇ ਕਿਤੇ ਵੀ ਕੱਲ੍ਹ ਨੂੰ ਖਾ ਲਵਾਂਗੇ। ਜਿੰਨੀ ਲੋੜ ਹੈ ਉਨੀਆਂ ਛਕ ਲੈ। ਮਹਾਰਾਜ ਤਾਂ ਜ਼ਹਿਰੀਲੀਆਂ ਹੁੰਦੀਆਂ, ਮਹਾਰਾਜ ਕਹਿੰਦੇ ਛਕ ਲੈ। ਭਾਈ ਮਰਦਾਨੇ ਨੇ ਜਦੋਂ ਅੱਕ ਦੀਆਂ, ਹਾਲਾਂਕਿ ਉਹ ਜ਼ਹਿਰ ਹੀ ਹੁੰਦਾ, ਗੁਰੂ ਦੀ ਆਗਿਆ ਮੰਨ ਕੇ ਛਕੀਆਂ, ਇੰਨਾ ਸਵਾਦ ਉਹਦੇ ਵਿੱਚ, ਗਲ ਤੱਕ ਭਰ ਲਿਆ ਪੇਟ। 3-4 ਦਿਨਾਂ ਦੇ ਭੁੱਖੇ ਸੀ। ਤੇ ਗੁਰੂ ਸਾਹਿਬ ਥੋੜ੍ਹਾ ਜਿਹਾ ਅੱਗੇ ਨੂੰ ਲੰਘ ਗਏ। ਜਦੋਂ ਗੁਰੂ ਦਾ ਹੁਕਮ ਮੰਨ ਕੇ ਛਕੀਆਂ ਤੇ ਮਿੱਠੀਆਂ, ਸੋਚਿਆ ਵੀ ਥੋੜ੍ਹੀਆਂ ਜਿਹੀਆਂ 5-7
ਬੰਨ ਲਾਂ ਕੱਲ ਵਾਸਤੇ, ਵੀ ਕੱਲ ਦਾ ਕੀ ਪਤਾ ਕਿੱਥੇ ਰੁਕੀਏ ਕਿੱਥੇ ਨਾ ਰੁਕੀਏ, ਕੋਈ ਪਿੰਡ ਆਵੇ ਕਿ ਨਾ ਆਵੇ। ਉਹ ਅਗਲੇ ਦਿਨ ਲਈ 5-7 ਅੰਬੀਆਂ ਭਾਈ ਸਾਹਿਬ ਨੇ ਆਪਣਾ ਖੀਸਾ ਨਾਲ ਹੀ ਹੁੰਦੀ ਸੀ ਉਹਦੇ ਵਿੱਚ ਉਹ ਰੱਖ ਲਈਆਂ। ਅਗਲੇ ਦਿਨ ਭੁੱਖ ਲੱਗੀ ਤੇ ਕੱਢ ਕੇ ਜਦੋਂ ਚੱਕ ਮਾਰਿਆ ਤੇ ਨਿਰਾ ਜ਼ਹਿਰ। ਹੁਣ ਉਹ ਜ਼ਹਿਰ ਜਦੋਂ ਚੜ੍ਹਨ ਲੱਗਾ ਤੇ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗੇ, ਤੜਫਣ ਲੱਗੇ, ਮਹਾਰਾਜ ਬਚਾਓ। ਪਾਤਸ਼ਾਹ ਕਹਿੰਦੇ ਮਰਦਾਨਿਆਂ ਕੀ ਕੀਤਾ? ਕਹਿੰਦਾ ਮਹਾਰਾਜ ਜੋ ਕੱਲ ਕਹਿੰਦੇ ਕੱਲ ਸਾਡੇ ਹੁਕਮ 'ਚ ਛਕੀਆਂ ਸੀ, ਅੱਜ ਹੁਕਮ ਤੋਂ ਬਾਹਰ ਛਕ ਰਿਹਾ। ਜਿਹੜੀ ਚੀਜ਼ ਗੁਰੂ ਦੇ ਹੁਕਮ ਤੋਂ ਬਾਹਰ ਹੈ ਉਹ ਸਿੱਖ ਲਈ ਜ਼ਹਿਰ ਹੈ, ਜਿਹੜੀ ਚੀਜ਼ ਗੁਰੂ ਦੇ ਹੁਕਮ ਦੇ ਵਿੱਚ ਹੈ ਉਹ ਸਿੱਖ ਲਈ ਜ਼ਹਿਰ ਵੀ ਅੰਮ੍ਰਿਤ ਹੈ। ਹੁਣ ਹੁਕਮ ਦੇ ਵਿੱਚ ਜਿੰਨੀ ਸਰੀਰ ਨੂੰ ਜ਼ਰੂਰਤ ਲੈ ਲੈ। ਕਈਆਂ ਦੀ ਬਿਰਤੀ ਹੁੰਦੀ ਹੈ ਵੀ ਚਲੋ ਹੁਣ 5-7 ਰੋਟੀਆਂ ਬੰਨ੍ਹ ਕੇ ਨਾਲ ਡੋਲੂ 'ਚ ਸਬਜ਼ੀ ਪਾ ਕੇ, ਉਹ ਘਰ ਜਾ ਕੇ ਖਰਾਬ ਹੀ ਕਰਦੇ ਆ ਕਈ ਵਾਰੀ। ਉਹ ਪ੍ਰਸ਼ਾਦੇ ਕਈ ਵਾਰੀ ਘਰ ਲੰਗਰ ਦੀ ਬੇਅਦਬੀ ਵੀ ਕਰਦੇ ਲਾਲਚ। ਕਹਿੰਦੇ ਜਿੰਨੀ ਲੋੜ ਹੈ ਛਕ ਲਵੇ, ਛਕਣ ਤੋਂ ਬਾਅਦ ਛਕਣ ਵਾਲਾ ਮਨ 'ਚ ਲੋਭ ਨਾ ਰੱਖੇ ਵੀ ਹੋਰ ਮੈਂ ਇਕੱਠਾ ਕਰ ਲਵਾਂ ਜਾਂ ਸਵਾਦ ਦੇ ਵਿੱਚ ਹੋਰ ਵੱਧ ਛਕ ਲਵਾਂ। ਮੰਦ ਨਜ਼ਰ ਸਿੱਖ ਕੇ ਘਰ ਧਰੇ। ਕਹਿੰਦੇ ਬਿਰਤੀ ਨਹੀਂ ਹੋਣੀ ਚਾਹੀਦੀ। ਫਿਰ ਜਿਸ ਸਿੱਖ ਦੇ ਘਰ ਪ੍ਰਸ਼ਾਦਾ ਛਕਿਆ, ਮਹਾਰਾਜ ਇਹ ਵੀ ਹਦਾਇਤ ਇੱਕ ਬਚਨ ਦੇ ਵਿੱਚ ਵੱਖੋ ਵੱਖਰਾ ਸਿਧਾਂਤ ਨਾਲ ਦੱਸ ਰਹੇ ਨੇ ਕਿ ਜਿਸ ਸਿੱਖ ਨੇ ਸਿੱਖ ਦੇ ਘਰੇ ਪ੍ਰਸ਼ਾਦਾ ਛਕਿਆ, ਉਸ ਸਿੱਖ ਦੇ ਘਰ ਦੇ ਉੱਤੇ ਮੰਦੀ ਦ੍ਰਿਸ਼ਟੀ ਨਾ ਰੱਖੇ। ਉਹਦੇ ਪਰਿਵਾਰ ਤੇ, ਉਹਦੇ ਜੀਆਂ ਤੇ, ਉਸ ਪਰਿਵਾਰ ਪ੍ਰਤੀ, ਉਸ ਘਰ ਪ੍ਰਤੀ, ਕਹਿੰਦੇ ਉਹਦੇ ਪ੍ਰਤੀ ਆਪਣੇ ਮਨ 'ਚ ਮੰਦੀ ਦ੍ਰਿਸ਼ਟੀ ਨਾ ਰੱਖੇ। ਜਿਸ ਦੇ ਘਰੋਂ ਭੋਜਨ ਛਕਿਆ ਸੋ ਸਿੱਖ ਪਰੇ ਨਰਕ ਮੈਂ ਜਾਈ। ਜਿਹਦੇ ਘਰ ਭੋਜਨ ਛਕਿਆ ਮੁੜ ਕੇ ਉਸੇ ਘਰ 'ਚ ਮੰਦੀ ਦ੍ਰਿਸ਼ਟੀ ਰੱਖੀ, ਇਹੋ ਜਿਹਾ ਬੰਦਾ ਮਹਾ ਨਰਕਾਂ ਵਿੱਚ ਡਿੱਗਦਾ ਜਾ ਕੇ। ਵੀ ਜਿਸ ਆਮ ਕਰਕੇ ਕਹਾਵਤ ਹੈ ਵੀ ਜਿਸ ਘਰ 'ਚ ਖਾਧਾ ਉਸੇ 'ਚ ਛੇਕ ਕਰਨ ਵਾਲੀ ਬਾਤ। ਕਹਿੰਦੇ ਇਹੋ ਜਿਹਾ ਜਿਹੜਾ ਵਿਅਕਤੀ ਹੈ ਉਹ ਮਹਾਕੁੰਭੀ ਨਰਕਾਂ ਵਿੱਚ ਜਾ ਕੇ ਡਿੱਗਦਾ, ਗੁਰੂ ਉਹਨਾਂ ਦੀ ਸਹਾਇਤਾ ਨਹੀਂ ਕਰਦਾ। ਨੈ ਤਿਸ ਕੇ ਮੈਂ ਬਨੋ ਸਹਾਈ। ਪਾਤਸ਼ਾਹ ਕਹਿੰਦੇ ਜਿਹੜਾ ਸਿੱਖ ਦੇ ਘਰ ਸਿੱਖ ਜਾਵੇ, ਭੋਜਨ ਛਕੇ, ਫਿਰ ਉਸ ਘਰ ਪ੍ਰਤੀ ਮੰਦੀ ਬਿਰਤੀ ਰੱਖੇ, ਉਹ ਨਰਕਾਂ ਵਿੱਚ ਪੈਂਦਾ। ਕਲਗੀਧਰ ਕਹਿੰਦੇ ਮੈਂ ਉਹਦੀ ਸਹਾਇਤਾ ਨਹੀਂ ਕਰਾਂਗਾ, ਮੈਂ ਉਹਦਾ ਸਹਾਈ ਨਹੀਂ ਹੋਵਾਂਗਾ। ਨੈ ਪ੍ਰਸਾਦ ਕੀ ਨਿੰਦ ਅਲਾਵੇ। ਫਿਰ ਜਦੋਂ ਪ੍ਰਸ਼ਾਦਾ ਛਕ ਹਟੇ ਤੇ ਪ੍ਰਸ਼ਾਦੇ ਦੀ ਨਿੰਦਾ ਨਾ ਕਰੇ। ਜਦੋਂ ਛਕ ਹੀ ਲਿਆ, ਛਕਣ ਤੋਂ ਬਾਅਦ ਨਿੰਦਾ ਕਿਉਂ ਕਰਨੀ? ਸਵਾਦ ਨਹੀਂ ਸੀ, ਆਹ ਚੀਜ਼ ਠੀਕ ਨਹੀਂ ਸੀ, ਇੱਦਾਂ ਵਿੱਚ ਲੂਣ ਜਦੋਂ ਪਹਿਲਾਂ ਛਕਣਾ ਸੀ ਪਹਿਲਾਂ ਵੇਖ ਲੈਂਦਾ। ਛਕਣ ਤੋਂ ਬਾਅਦ ਨਾ ਜਾ ਕੇ ਫਿਰ ਨਾਲੇ ਛਕ ਆਵੇ ਨਾਲੇ ਨਿੰਦਾ ਕਰੀ ਜੇ ਬੜੀ ਮਾੜੀ ਸਬਜ਼ੀ ਬਣਾਈ ਸੀ ਫਲਾਣੇ ਪਰਿਵਾਰ ਦੇ ਸਿੱਖਾਂ ਦੇ ਘਰ ਦੇ ਜੀਆਂ ਨੇ, ਵਿੱਚ ਲੂਣ ਵੀ ਨਹੀਂ ਸੀ ਪਾਇਆ, ਚੁੱਪਚਾਪ ਖਾਏ ਆ, ਨਾਲੇ ਛਕ ਆਏ ਨਾਲੇ ਭੰਡੀ ਕਰੀ ਗਏ। ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰਸ਼ਾਦ ਛਕ ਲਿਆ, ਛਕੇ ਹੋਏ ਪ੍ਰਸ਼ਾਦ ਦੀ ਨਿੰਦਾ ਨਹੀਂ ਕਰਨੀ। ਤੇ ਜੇ ਨਿੰਦਾ ਕਰਨੀ ਹੁੰਦੀ ਪਹਿਲਾਂ ਹੀ ਕਰ ਲੈਂਦਾ, ਛਕਦਾ ਹੀ ਨਾ ਉਹਨੂੰ। ਜਦੋਂ ਤੇਰੇ ਪੇਟ 'ਚ ਚਲਾ ਗਿਆ ਉਹ ਭੋਜਨ, ਉਹ ਪ੍ਰਸ਼ਾਦ, ਉਹਨੂੰ ਖਾਣ ਤੋਂ ਬਾਅਦ ਜਦੋਂ ਤੂੰ ਉਹਦੀ ਨਿੰਦਾ ਕਰ ਰਿਹਾ, ਫਿਰ ਤਾਂ ਤੂੰ ਗੁਨਾਹਗਾਰ ਹੈ। ਫਿਰ ਤੂੰ ਖਾਧਾ ਕਿਉਂ ਪ੍ਰਸ਼ਾਦ? ਉਹ ਭੋਜਨ ਛਕਿਆ ਕਿਉਂ ਜੇ ਉਸ ਭੋਜਨ ਦੀ ਖਾਣ ਤੋਂ ਬਾਅਦ ਨਿੰਦਾ ਹੀ ਕਰਨੀ ਸੀ? ਅੰਨ ਹੈ, ਜੋ ਅੰਨ ਦੇਵਤਾ ਕਰਕੇ ਤੂੰ ਛਕ ਲਿਆ, ਛਕਣ ਤੋਂ ਬਾਅਦ ਜਿਹਨੇ ਤੇਰੇ ਸਰੀਰ ਨੂੰ ਤੱਤ ਦੇਣੇ ਨੇ, ਤੇਰੇ ਸਰੀਰ ਨੂੰ ਖੂਨ ਦੇਣਾ, ਜਿਹੜੀਆਂ ਧਾਤਾਂ ਨੇ ਉਹ ਪੈਦਾ ਕਰਨੀਆਂ ਛਕੇ ਹੋਏ ਭੋਜਨ ਨੇ, ਤੂੰ ਉਹਨੂੰ ਮੰਦਾ ਕਹੇ, ਉਹਦੀ ਨਿੰਦਾ ਕਰੇ, ਇਹ ਯੋਗ ਹੈ? ਇਹਦੇ ਸਾਇੰਟੀਫਿਕ ਤੌਰ ਤੇ ਵੀ ਇੱਦਾਂ ਦਾ ਜਦੋਂ ਭੋਜਨ ਛਕਣ ਤੋਂ ਬਾਅਦ ਉਸ ਭੋਜਨ ਦੇ ਉੱਤੇ ਮਨ 'ਚ ਗਿਲਾਨੀ ਆ ਜਾਏ ਨਾ ਵੀ ਜਾਪਦਾ ਠੀਕ ਨਹੀਂ ਸੀ ਇਹ ਭੋਜਨ, ਮੈਂ ਠੀਕ ਨਹੀਂ ਖਾਧਾ, ਇਹਦੇ ਵਿੱਚ ਸਹੀ ਨਹੀਂ ਸੀ, ਉਹ ਫਿਰ ਸਾਡੇ ਸਰੀਰ ਲਈ ਮਾਫਕ ਨਹੀਂ ਰਹਿੰਦਾ, ਉਹਦੇ ਨਾਲ ਬਦਹਜ਼ਮੀ ਪੈਦਾ ਹੋ ਜਾਂਦੀ ਹੈ ਸਾਇੰਟੀਫਿਕ ਤੌਰ ਤੇ ਵੀ। ਪਰ ਜੇ ਸੰਤੁਸ਼ਟੀ ਹੋਵੇ, ਜੋ ਛਕਿਆ ਠੀਕ ਛਕਿਆ, ਉਹ ਭੋਜਨ ਸਰੀਰ ਦੇ ਵਿੱਚ ਪਾਚਨ ਸ਼ਕਤੀ ਦੇ ਨਾਲ ਹਜਮ ਹੋ ਜਾਂਦਾ। ਛਕੇ ਹੋਏ ਭੋਜਨ ਦੀ ਨਿੰਦਾ ਨਾ ਕਰੇ, ਮਹਾਰਾਜ ਜੀ ਬਚਨ ਕਰ ਰਹੇ, ਜੋ ਛਕ ਲਿਆ ਉਹਦੀ ਨਿੰਦਾ ਨਾ ਕਰੇ। ਛੁਦਤ ਸਿੱਖ ਕੋ ਸਾਦਰ ਖਵਾਏ। ਜੇ ਕੋਈ ਭੁੱਖਾ ਸਿੱਖ ਆ ਜਾਏ, ਉਹ ਆ ਕੇ ਕਹੇ ਵੀ ਮੈਂ ਭੋਜਨ ਛਕਣਾ, ਸਤਿਕਾਰ ਨਾਲ ਉਹਨੂੰ ਬਿਠਾ ਕੇ ਭੋਜਨ ਛਕਾਵੇ।
ਜੇ ਭੋਜਨ ਮੰਗਣ ਗੁਰਸਿੱਖ ਆ ਜੇ ਕੋਈ ਸਿੱਖ ਦੇ ਘਰ ਵਿੱਚ, ਉਹ ਆਖੇ ਜੀ ਭੋਜਨ ਛਕਣਾ, ਪ੍ਰਸ਼ਾਦਾ ਛਕਣਾ, ਸਿੱਖ ਦਾ ਕਰਤੱਵ ਹੈ ਉਹਦੇ ਲਈ ਉਸੇ ਵਕਤ ਪ੍ਰਸ਼ਾਦੇ ਦਾ ਪ੍ਰਬੰਧ ਕਰੇ। ਸੋ ਜਗਨ ਕੋ ਫਲ ਸੋ ਪਾਏ। ਤੇ ਕਹਿੰਦੇ ਕਿਸੇ ਭੁੱਖੇ ਸਿੱਖ ਨੂੰ ਘਰ ਆਏ ਨੂੰ ਜਦੋਂ ਪ੍ਰਸ਼ਾਦਾ ਛਕਾਓਗੇ, ਸੋ ਅਸਵ ਮੇਧ ਯੱਗਾਂ ਦਾ ਫਲ ਪ੍ਰਾਪਤ ਹੋ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਬਚਨ ਕਹੇ ਨੇ। ਕਿ ਸਿੱਖ ਨੂੰ ਇੱਕ ਗਲਾਸ ਪਾਣੀ ਦਾ ਭਰ ਕੇ ਪਿਆਣਾ, ਮੰਨ ਲਓ ਵੀ 100 ਵੇਰੀ ਕੁਰਸ਼ੇਤਰ ਜਾ ਕੇ ਤੁਸੀਂ ਕੁੰਭ ਦੇ ਮੇਲੇ ਤੇ ਜਾਂ ਸੂਰਜ ਗ੍ਰਹਿਣ ਦੇ ਮੇਲੇ ਤੇ ਇਸ਼ਨਾਨ ਕਰ ਲਿਆ, ਜਿੰਨਾ ਪੁੰਨ ਹੈ ਨਾ, ਇੰਨਾ ਪੁੰਨ ਇੱਕ ਗੁਰਸਿੱਖ ਨੂੰ ਇੱਕ ਗਲਾਸ ਪਾਣੀ ਪਿਲਾਉਣ ਦਾ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰੂਖੇਤ, ਕੁਰਸ਼ੇਤਰ ਦਾ ਸੂਰਜ ਗ੍ਰਹਿਣ ਦਾ ਮੇਲਾ, ਉੱਥੇ ਜਾ ਕੇ ਇਸ਼ਨਾਨ ਕਰਨ ਦਾ ਜਿਹੜਾ ਉਹ ਬ੍ਰਹਮਪੁੱਤਰ ਸਰੋਵਰ ਹੈ, ਉੱਥੇ ਜਿੰਨਾ ਪੁੰਨ ਹੈ, ਸਿੱਖ ਨੂੰ ਇੱਕ ਗਲਾਸ ਪਾਣੀ ਪਿਲਾਉਣ ਦਾ ਇਤਨਾ ਪੁੰਨ ਹੈ। ਤੇ ਜੇ ਗੁਰਸਿੱਖ ਨੂੰ ਭੋਜਨ ਛਕਾਏ, 100 ਯੱਗਾਂ ਦਾ ਫਲ ਪ੍ਰਾਪਤ ਹੋ ਜਾਂਦਾ। ਕਲਗੀਧਰ ਸਵਾਮੀ ਜੀ ਕਹਿੰਦੇ ਕਿਸੇ ਗੁਰਸਿੱਖ ਨੂੰ ਜੇ ਆ ਕੇ ਕਹੇ ਵੀ ਭੁੱਖਾ ਸਿੱਖ ਹੈ, ਭੋਜਨ ਦੀ ਮੰਗ ਕਰੇ, ਉਹਨੂੰ ਭੋਜਨ ਛਕਾਵੇ, 100 ਜਗਨ ਕੋ ਫਲ ਸੋ ਪਾਏ। ਲਾਂਗਰੀ ਸਿੰਘ ਜੀ, ਤੁਸੀਂ ਤਾਂ ਰੋਜ਼ ਸੈਂਕੜੇ ਸਿੱਖਾਂ ਨੂੰ ਛਕਾਉਂਦੇ ਹੋ, ਕਿੰਨੇ ਫਲ ਮਿਲਦੇ ਹੋਣਗੇ ਤੁਹਾਨੂੰ? ਤੇ ਜੇ ਤੁਸੀਂ ਉਹਨਾਂ ਛਕਾਉਣ ਵਾਲਿਆਂ ਨੂੰ ਜਿਹੜੇ ਛਕਦੇ ਉਹਨਾਂ ਪ੍ਰਤੀ ਹੀਣ ਭਾਵ ਰੱਖੋ, ਤੇ ਫਿਰ ਇਹ ਤਾਂ ਤੁਹਾਡਾ ਘਾਟਾ ਹੈ, ਨੁਕਸਾਨ ਤਾਂ ਤੁਹਾਡਾ ਹੋ ਰਿਹਾ, ਉਹਨਾਂ ਦਾ ਤਾਂ ਕੋਈ ਨਹੀਂ। ਸਿੱਖਾਂ ਦਾ ਨੁਕਸਾਨ ਤਾਂ ਤੇਰਾ ਹੋ ਰਿਹਾ ਵੀ ਕਿੱਥੇ ਪ੍ਰੇਮ ਨਾਲ ਭੋਜਨ ਛਕਾਏ ਭੁੱਖਿਆਂ ਨੂੰ, ਤੇ 100 ਯੱਗ ਦਾ ਫਲ ਇੱਕ ਸਿੱਖ ਨੂੰ ਭੋਜਨ ਛਕਾਉਣ ਦਾ ਪ੍ਰਾਪਤ ਹੁੰਦਾ। ਗੁਰਸਿੱਖ ਕੋ ਕਰ ਪ੍ਰੇਮ ਛਕਾਏ। ਗੁਰੂ ਕੇ ਸਿੱਖ ਨੂੰ ਪ੍ਰੇਮ ਸਹਿਤ ਭਾਵਨਾ ਸਹਿਤ ਭੋਜਨ ਛਕਾਵੇ। ਸਿੱਖ ਕੋ ਦੇ ਵਿਵਾਹ ਕਰਾਏ। ਫਿਰ ਇਸੇ ਤਰ੍ਹਾਂ ਜੇ ਕਿਸੇ ਗੁਰਸਿੱਖ ਦਾ ਜਾਂ ਗੁਰਸਿੱਖ ਬੱਚੀ ਦਾ ਵਿਆਹ ਨਹੀਂ ਹੁੰਦਾ, ਤੇ ਉਹਨਾਂ ਦੇ ਸੰਜੋਗ ਜੋੜਨ ਵਾਸਤੇ ਵਿੱਚ ਵਿਚੋਲਗੀ ਕਰ ਲਵੇ। ਕਹਿੰਦੇ ਐਸਾ ਵੀ ਕਰੇ। ਬਹੁਤ ਸਾਰੇ ਗੁਰਸਿੱਖਾਂ ਦੇ ਬੱਚੇ ਬੱਚੀਆਂ ਗੁਰਸਿੱਖ ਅੰਮ੍ਰਿਤਧਾਰੀ ਹੁੰਦੇ, ਕੋਈ ਯੋਗ ਰਿਸ਼ਤਾ ਨਹੀਂ ਮਿਲਦਾ। ਤੇ ਕਹਿੰਦੇ ਜੇ ਤੁਹਾਡੇ ਸક્ષਮ ਹੋ, ਤੁਹਾਡੇ ਕੋਲ ਐਸੀ ਕੋਈ ਪੜਤਾਲ ਹੈ, ਤਾਂ ਤੁਸੀਂ ਭਾਈ ਉਹਨਾਂ ਗੁਰਸਿੱਖ ਬੱਚੀਆਂ ਦੇ ਜਿਹੜੇ ਨਾਤੇ ਨੇ ਗੁਰਸਿੱਖ ਬੱਚਿਆਂ ਨਾਲ, ਉਹ ਕਰਵਾਉਣ ਦਾ ਇਹ ਵੀ ਬੜਾ ਵੱਡਾ ਪੁੰਨ ਹੈ। ਕਲਗੀਧਰ ਸਵਾਮੀ ਕਹਿੰਦੇ ਇਹਦਾ ਵੀ ਬੜਾ ਵੱਡਾ ਮਹਾਤਮ ਹੈ। ਸੋ ਨਿਸਤਰੇ ਬਿਲਮ ਨੈ ਲਾਏ। ਕਹਿੰਦੇ ਜੇ ਹੋ ਰਿਹਾ ਕਿਸੇ ਗੁਰਸਿੱਖ ਬੱਚੇ ਦਾ ਵਿਆਹ ਹੋਣ ਦੇ ਵਿੱਚ ਤੁਹਾਡਾ ਵਿੱਚ ਨਾਲ ਯੋਗਦਾਨ ਪੈ ਰਿਹਾ ਵੀ ਤੁਹਾਡੇ ਕਰਕੇ ਹੋ ਸਕਦਾ, ਤੇ ਕਹਿੰਦੇ ਬਿਲਮ ਨਾ ਕਰੇ, ਦੇਰੀ ਨਾ ਕਰੇ, ਉਹਦੇ ਵਿੱਚ ਉਹ ਸੇਵਾ ਨਿਭਾ ਦੇਵੇ। ਸਿੱਖ ਵਿਦਿਆ ਸਿੱਖ ਲਾਵੇ। ਤੇ ਜੇ ਤੁਸੀਂ ਸક્ષਮ ਹੋ ਕਿਸੇ ਗੁਰਸਿੱਖ ਬੱਚੇ ਦੇ ਵਿਆਹ ਵਿੱਚ ਖਰਚ ਕਰਨ ਦੇ, ਤਾਂ ਉਹ ਵੀ ਕਰ ਸਕਦੇ ਹੋ, ਇਹਦਾ ਵੀ ਪੁੰਨ ਹੈ। ਫਿਰ ਜਿਹੜਾ ਸਿੱਖ ਹੈ, ਉਹ ਸਿੱਖ ਨੂੰ ਵਿਦਿਆ ਸਿਖਾਉਣ ਵੇਲੇ ਆਲਕ ਨਾ ਕਰੇ। ਮੈਨੂੰ ਮੰਨ ਲਓ ਕੋਈ ਵਿਦਿਆ ਆਉਂਦੀ ਹੈ, ਕੋਈ ਦੂਸਰਾ ਸਿੱਖ ਮੇਰੇ ਕੋਲੋਂ ਸਿੱਖਣਾ ਚਾਹੁੰਦਾ, ਤੇ ਮੈਂ ਨੱਕ ਤੇ ਆਪਣੇ ਮੱਖੀ ਚੜਾ ਕੇ ਆਖਾਂ ਵੀ ਮੈਂ ਨਹੀਂ ਦਿੰਦਾ ਗੁਣ, ਇੱਦਾਂ ਥੋੜ੍ਹੀ ਲਿਆ, ਮੈਂ ਬੜੇ ਉਸਤਾਦਾਂ ਦੀ ਮਾਰ ਖਾ ਕੇ ਸਿੱਖਿਆ, ਤੈਨੂੰ ਕਿਵੇਂ ਬਿਨਾਂ ਗੱਲ ਤੋਂ ਸਿਖਾ ਦਿਆਂ। ਕਹਿੰਦੇ ਜਿਹੜਾ ਸਿੱਖ ਹੈ ਦੂਸਰੇ ਸਿੱਖ ਨੂੰ ਵਿਦਿਆ ਸਿਖਾਵੇ। ਜਿਹੜੇ ਵੀ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਸਿੱਖਣਾ ਚਾਹੁੰਦਾ, ਤੇ ਉਸ ਵਿਦਿਆ ਦਾ ਹੁਨਰ ਜਿਹੜਾ ਨਾ, ਉਹ ਆਪਣੇ ਕੋਲ ਹੀ ਨਾ ਸਮੇਟ ਕੇ ਅੱਗੇ ਅੱਗੇ ਹੋਰ ਗੁਰਸਿੱਖਾਂ ਵਿੱਚ ਵੰਡੇ। ਅਸੀਂ ਜਦੋਂ ਆਪਣੇ ਵਿਦਿਆ ਦਾ ਤੇ ਗਿਆਨੀ ਜੀ ਹੋਣਾ ਕੋਲ ਪੜ੍ਹਨਾ, ਤੇ ਉੱਥੇ ਇੱਕ ਬਜ਼ੁਰਗ ਮਾਈ ਨੇ ਆਉਣਾ, ਲੋਕਲ ਇਲਾਕੇ ਦੀ ਰਹਿਣ ਵਾਲੀ। ਉਹਨੇ ਕਹਿਣਾ ਗਿਆਨੀ ਜੀ ਹੋਣਾ ਨੂੰ ਵੀ ਤੁਸੀਂ ਕਈਆਂ ਨੂੰ ਅੱਗੇ ਕਥਾ ਸਿਖਾਈ ਜਾਂਦੇ ਹੋ, ਤੁਹਾਡਾ ਜਿਹੜਾ ਕੰਮ ਹੈ ਘਟ ਜਾਣਾ। ਵੀ ਤੁਸੀਂ ਅੱਗੇ ਹੋਰਾਂ ਨੂੰ ਕਈਆਂ ਨੂੰ ਸਿਖਾਈ ਜਾਂਦੇ ਹੋ, ਤੁਹਾਡਾ ਜਿਹੜਾ ਕੰਮ ਹੈ ਘਟ ਜਾਣਾ, ਇਹਨਾਂ ਨੇ ਤੁਹਾਡੇ ਸਮਾਗਮ ਕਰ ਲਿਆ ਕਰਨੇ ਆ। ਯਾਨੀ ਕਿ ਇਹ ਬਿਰਤੀ ਹੁੰਦੀ ਹੈ ਕਈ ਲੋਕਾਂ ਦੀ। ਪਰ ਗਿਆਨੀ ਜੀ ਨੇ ਕਹਿਣਾ ਭਾਈ ਇਹਨਾਂ ਆਪਣਿਆਂ ਭਾਗਾਂ ਦਾ ਖਾਣਾ, ਸਾਨੂੰ ਸਾਡਿਆਂ ਭਾਗਾਂ ਦਾ ਮਿਲ ਜਾਣਾ। ਪਰ ਅਲਬਤ ਤਾਂ ਸਾਨੂੰ ਸਾਰਿਆਂ ਦੀ ਵੱਖੋ ਵੱਖਰੀ ਹੈ ਨਾ।
ਤੋ ਕਈਆਂ ਦੀ ਇਹ ਬਿਰਤੀ ਹੁੰਦੀ ਵੀ ਜੇ ਮੈਨੂੰ ਇਹ ਕੰਮ ਆਉਂਦਾ, ਜੇ ਮੈਂ ਅੱਗੇ ਕਿਸੇ ਹੋਰ ਨੂੰ ਸਿਖਾ ਦਿੱਤਾ, ਇਹਨੇ ਮੇਰਾ ਕੰਮ ਘਟਾ ਦੇਣਾ ਤੇ ਇਹਦਾ ਵੱਧ ਜਾਣਾ, ਉਹਦਾ ਆਪਣੇ ਭਾਗਾਂ ਦਾ ਉਹਨੂੰ ਮਿਲਣਾ, ਤੇਰਿਆਂ ਦਾ ਤੈਨੂੰ ਮਿਲ ਜਾਣਾ। ਇਹ ਬਿਰਤੀ ਰੱਖੇ। ਜੇ ਕਿਸੇ ਸਿੱਖ ਕੋਲ ਕੋਈ ਵਿਦਿਆ ਹੈ, ਸਿੱਖ ਵਿਦਿਆ ਸਿਖਲਾਵੇ, ਸਿੱਖ ਅੱਗੇ ਸਿੱਖ ਨੂੰ ਵਿਦਿਆ ਸਿਖਾਵੇ। ਜਿਹੜਾ ਕੋਈ ਹੁਨਰ ਮੈਨੂੰ ਆਉਂਦਾ, ਉਹ ਹੁਨਰ ਮੇਰਾ ਨਾਲ ਕੋਈ ਦੂਸਰਾ ਗੁਰ ਭਾਈ ਆ, ਗੁਰ ਸਿੱਖ ਹੈ, ਉਹ ਹੁਨਰ ਉਹਨੂੰ ਸਿਖਾ ਦੇਵੇ, ਤਾਂ ਜੋ ਇਹ ਵੀ ਇੱਕ ਬੜੀ ਵੱਡੀ ਗੂਝੀ ਰਮਜ ਹੈ। ਜਦੋਂ ਸਿੱਖਾਂ ਨੂੰ ਸક્ષਮ ਕਰਨ ਦੇ ਵਿੱਚ ਨਾਲ ਵੀ ਜੋ ਮੈਂ ਕਰਦਾ ਹਾਂ, ਮੇਰੀ ਜਿੱਥੇ ਨਾਲ ਰੋਜੀ ਰੋਟੀ ਚੱਲਦੀ ਹੈ, ਮੈਂ ਨਾਲ ਹੋਰਾਂ ਨੂੰ 8-10 ਨੂੰ ਆਪਣੇ ਵਰਗਾ ਬਣਾ ਲੈਣਾ ਰੋਜੀ ਰੋਟੀ ਵਾਲਾ, ਉਹਨਾਂ ਦੇ ਪ੍ਰਬੰਧ ਦਾ, ਅਤੇ ਉਹ 8-10 ਅੱਗੇ ਹੋਰ 8-10 ਨੂੰ ਵਿਦਿਆ ਸਿਖਾ ਕੇ ਇੱਦਾਂ ਸਾਰੇ ਸક્ષਮ ਹੋ ਜਾਂਦੇ ਆ। ਪਰ ਜੇ ਕਹੇ ਵੀ ਸਾਰਾ ਕਬਜ਼ਾ ਮੈਂ ਹੀ ਰੱਖਣਾ ਆਪਣਾ ਹੀ, ਅਤੇ ਮੇਰੇ ਅਧੀਨ ਹੀ ਹੋਣਾ ਚਾਹੀਦਾ ਸਾਰਾ ਕੁਝ, ਇਹ ਬਿਰਤੀ ਸਿੱਖ ਦੀ ਨਹੀਂ ਹੈ। ਅਤੇ ਨਾਲੇ ਜਦੋਂ ਵਿਦਿਆ ਕਿਸੇ ਨੂੰ ਆਉਂਦੀ ਹੋਵੇ ਅਤੇ ਉਹ ਵਿਦਿਆ ਅੱਗੇ ਕਿਸੇ ਨੂੰ ਸਿਖਾਵੇ, ਉਹਦੇ ਨਾਲ ਵਿਦਿਆ ਸਗੋਂ ਹੋਰ ਵੱਧਦੀ ਹੈ। ਵਿਦਿਆ ਵਿੱਚ ਹੋਰ ਵਾਧਾ ਹੁੰਦਾ, ਵਿਸਥਾਰ ਹੁੰਦਾ। ਇਸ ਕਰਕੇ ਕਿਸੇ ਨੂੰ ਕੋਈ ਹਸਤਕਾਰੀ ਦਾ ਕਿਸੇ ਨੂੰ ਕੋਈ ਕੰਮ ਆਉਂਦਾ, ਕਿਸੇ ਨੂੰ ਕੋਈ ਕਾਰੀਗਰਤਾ ਦੀ ਕੋਈ ਕੰਮ ਆਉਂਦਾ, ਅਤੇ ਉਹਨੂੰ ਲਟਕਾਈ ਨਾ ਜਾਵੇ। ਜੋ ਕੋਈ ਸਿੱਖ ਸਿੱਖਣ ਆ ਗਿਆ ਤਾਂ ਉਹਨੂੰ ਸਿਖਾ ਦੇਵੇ। ਦਸਤਕਾਰੀ ਦਾ ਕੋਈ ਵੀ ਕੰਮ ਹੈ, ਦੁਕਾਨਦਾਰੀ ਦੀ ਕੋਈ ਕਿਰਤ ਸਿੱਖਣ ਆਉਂਦਾ ਵੀ ਦੁਕਾਨਦਾਰੀ ਇੱਦਾਂ ਚੱਲਦੀ ਹੈ, ਜੇ ਕੋਈ ਸਿੱਖ ਆ ਗਿਆ ਉਹਨੂੰ ਸਿਖਾ ਦੇਵੇ, ਸਿੱਖ ਨੂੰ ਪਹਿਲ ਦੇਵੇ ਵਿਦਿਆ ਸਿਖਾਉਣ ਵੇਲੇ। ਨਗਨ ਸਿੱਖ ਕੋ ਵਸਤਰ ਉਡਾਵੇ, ਕੋਈ ਗੁਰਸਿੱਖ ਸਰੀਰ ਤੋਂ ਨਿਰਵਸਤਰ ਮਿਲੇ ਵੀ ਤਨ ਕੱਜਣ ਲਈ ਉਹਦੇ ਕੋਲ ਕੱਪੜਾ ਨਹੀਂ, ਉਹਦੇ ਤਨ ਤੇ ਵਸਤਰ ਦੇ ਕੇ ਉਹਦਾ ਤਨ ਕੱਜੇ। ਕਾਰਜ ਅਰਿਓ ਸਿੱਖ ਕੋ ਸਾਦੇ, ਫਿਰ ਜੇ ਕਿਸੇ ਸਿੱਖ ਦਾ ਕੋਈ ਕੰਮ ਅਟਕਿਆ ਹੋਇਆ ਤੁਸੀਂ ਕਰ ਸਕਦੇ ਹੋ ਤਾਂ ਉਹ ਕਰ ਦਿਓ। ਕਿਸੇ ਹੋਰ ਰਾਹੀਂ ਤੁਸੀਂ ਕਰਾ ਸਕਦੇ ਹੋ ਤਾਂ ਕਰਾ ਦਿਓ। ਕਿਸੇ ਸਿੱਖ ਦਾ ਕੋਈ ਕਾਰਜ ਅਟਕਿਆ ਹੋਵੇ, ਤੁਸੀਂ ਕਰ ਸਕਦੇ ਹੋ ਤਾਂ ਉਹਨੂੰ ਸਿੱਧ ਕਰੋ। ਤੁਸੀਂ ਨਹੀਂ ਕਰ ਸਕਦੇ ਪਰ ਤੁਸੀਂ ਕਿਸੇ ਹੋਰ ਕੋਲੋਂ ਕਰਾ ਸਕਦੇ ਹੋ ਤਾਂ ਕਰਾ ਦਿਓ, ਆਲਸ ਨਾ ਕਰੋ। ਇਹ ਪਰਉਪਕਾਰੀ ਬਿਰਤੀ ਰੱਖੋ। ਜਮ ਕੀ ਬਾਦਾ ਸੋ ਨੈ ਲਾਦੇ, ਜਿਹੜਾ ਕਿਸੇ ਸਿੱਖ ਦਾ ਅੜਿਆ ਕੰਮ ਸਿੱਧ ਕਰਦਾ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜੰਮਾਂ ਦੀ ਬਾਧਾ ਨਹੀਂ ਆਉਂਦੀ, ਉਹਨਾਂ ਨੂੰ ਜੰਮ ਨਹੀਂ ਰੋਕ ਸਕਦੇ। ਉਸ ਸਿੱਖ ਨੂੰ ਜਿਹੜਾ ਕਿਸੇ ਦੂਸਰੇ ਸਿੱਖ ਦਾ ਕਾਰਜ ਸਾਧਦਾ ਹੈ, ਕਿਸੇ ਸਿੱਖ ਦਾ ਅਟਕਿਆ ਕੰਮ ਸਿੱਧ ਕਰਦਾ, ਮਹਾਰਾਜ ਜੀ ਕਹਿੰਦੇ ਉਸ ਨੂੰ ਜੰਮ ਨਹੀਂ ਅਟਕਾ ਸਕਦੇ, ਉਸ ਨੂੰ ਜੰਮ ਨਹੀਂ। ਕਿੰਨਾ ਮਹਾਰਾਜ ਜੀ ਇੱਕ ਇੱਕ ਬਚਨ ਬੜਾ ਗਹਿਰਾ ਹੈ। ਸਾਡੇ ਸਾਰੇ ਸਿੱਖ ਪੰਥ ਨੂੰ ਮਹਾਰਾਜ ਜੀ ਇੱਕ ਧਾਗੇ ਦੇ ਵਿੱਚ ਪਰੋ ਕੇ ਇੱਦਾਂ ਇਕੱਠਾ ਕਰ ਰਹੇ ਨੇ, ਜੋੜ ਰਹੇ ਨੇ, ਇੱਦਾਂ ਆਪਸ ਵਿੱਚ ਜੁੜ ਕੇ ਰਹਿਣਾ। ਹਾਂਜੀ। ਇੱਕ ਦਿਨ ਬੈਠੇ ਗੁਰ ਮਹਾਰਾਜ, ਇੱਕ ਦਿਨ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਇੱਦਾਂ ਹੀ ਬਚਨ ਹੁੰਦੇ ਰਹਿੰਦੇ ਮਹਾਰਾਜ ਜੀ ਦੇ, ਸਿੱਖਾਂ ਨੂੰ ਉਪਦੇਸ਼ ਦਿੰਦੇ, ਗੁਰਸਿੱਖਾਂ ਨੂੰ ਗਿਆਨ ਦਿੰਦੇ। ਮਹਾਰਾਜ ਜੀ ਬੈਠੇ ਹਨ, ਚੌਂਦਿਸ਼ ਸੇਵਕ ਸਭਾ ਸਮਾਜ, ਚਾਰੇ ਪਾਸੇ ਮਹਾਰਾਜ ਜੀ ਦੇ ਸੇਵਕ ਸਿੱਖ ਬੈਠੇ ਹਨ। ਚੌਂਕੀ ਪਈ ਬਿਲਾਵਲ ਕੇਰੀ, ਸਵੇਰੇ ਬਿਲਾਵਲ ਦਾ ਟਾਈਮ ਸੀ, ਬਿਲਾਵਲ ਦੀ ਚੌਂਕੀ ਦਾ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤਾ। ਗਾਵੇਂ ਰਾਗੀ ਪ੍ਰੀਤ ਕਨੇਰੀ, ਬੜੇ ਪ੍ਰੇਮ ਨਾਲ ਰਾਗੀਆਂ ਨੇ ਕੀਰਤਨ ਕੀਤਾ। ਰਾਗੀ ਸਿੰਘਾਂ ਨੇ ਬਿਲਾਵਲ ਰਾਗ ਗਾਇਆ, ਬੜੇ ਸੋਹਣੇ ਢੰਗ ਦੇ ਨਾਲ ਗਾਇਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਸਿੱਖ ਕਹਿਣ ਲੱਗੇ, ਮਹਾਰਾਜ ਅੱਜ ਕਮਾਲ ਕਰ ਦਿੱਤੀ ਰਾਗੀਆਂ ਨੇ, ਬੜਾ ਰਸ ਭਿੰਨਾ ਕੀਰਤਨ ਕੀਤਾ। ਮਹਾਰਾਜ ਜੀ ਕਹਿੰਦੇ ਡੋਂਡੀ ਪਿੱਟੀ ਹੈ। ਪਾਤਸ਼ਾਹ ਕਹਿੰਦੇ ਡੋਂਡੀ, ਜੋ ਢੰਡੋਰਾ ਪਿੱਟਦੇ ਸੀ ਨਾ, ਡੋਂਡੀ ਪਿੱਟਦੇ, ਉਹ ਢੋਲ ਵਜਾ ਕੇ ਕਹਿੰਦੇ ਡੋਂਡੀ ਪਿੱਟੀ ਹੈ, ਸਾਰੇ ਪਿੰਡ 'ਚ ਕਈ ਗਵਾਚੀ। ਜਦੋਂ ਇਹ ਬਚਨ ਸਾਹਿਬ ਨੇ ਕਹੇ, ਸਿੱਖ ਸੁਣ ਕੇ ਇੱਕਦਮ ਸੰਸਾਗਰਸਤ ਹੋਏ। ਮਹਾਰਾਜ ਇਹ ਕੀ ਗੱਲ ਕਹੀ ਵੀ ਕਈ ਗਵਾਚੀ, ਇਹ ਡੋਂਡੀ ਪਿੱਟੀ ਹੈ, ਇਹਦਾ ਮਤਲਬ ਕੀ ਹੈ? ਗਰੀਬ ਨਵਾਜ ਸਮਝਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਇਤਿਹਾਸ
ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਸੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਐ ਪੀਓ ਅਣਿਆਰ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾ ਕੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।